ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਟੈਲੀਵਿਜ਼ਨ ਦੇ ਡਿਬੇਟਾਂ ਵਿੱਚ ਅਕਸਰ ਉਹ ਵਿਸ਼ੇ ਪਿੱਛੇ ਰਹਿ ਜਾਂਦੇ ਹਨ ਜਿਨ੍ਹਾਂ ਬਾਰੇ ਟੀਵੀ ਪੱਤਰਕਾਰੀ ਦੀ ਇੱਕ ਖਾਸ ਬਲਕਿ ਅਜਬ ਗਜ਼ਬ ਕਿਸਮ ਦੀ ਸਮਝ ਬਣ ਚੁੱਕੀ ਹੈ। ਜੀ ਮੁੱਦਾ ਤਾਂ ਸੀਰੀਅਸ ਹੈ ਪਰ ਐਸੀ ਗੰਭੀਰ ਚਰਚਾ ਲਈ ਦਰਸ਼ਕ ਤਿਆਰ ਨਹੀਂ ਹਨ। ਉਹ ਕੁਝ ਮਜ਼ੇਦਾਰ ਗਰਮਾ ਗਰਮ ਦੇਖਣਾ ਚਾਹੁੰਦੇ ਹਨ ਐਂਡ ਆਈ ਕੈਨ ਅੰਡਰਸਟੈਂਡ ਦੈਟ। ਯੂਕਰੇਨ ਤੇ ਰੂਸ ਦੀ ਜੰਗ ਵਿੱਚ ਅਸੀਂ ਉਹਦੇ ਬਾਰੇ ਜਿੰਨੇ ਕੁ ਡਿਬੇਟ ਕੀਤੇ ਨੇ, ਜਿੰਨੇ ਕੁ ਡਿਬੇਟ ਸਾਡੇ ਟੀਵੀ ਤੇ ਹੋਏ ਨੇ, ਉਹ ਮੇਰੀ ਤੁਹਾਡੀ ਨਜ਼ਰ ਵਿੱਚ ਨੇ। ਜਦੋਂ ਤੱਕ ਉਹ ਵਹਿਸ਼ਤ ਵਾਲਾ ਵੀਡੀਓ ਮੰਜ਼ਰੇ ਆਮ ਤੇ ਨਹੀਂ ਸੀ ਆਇਆ, ਅਸੀਂ ਮਹੀਨਿਆਂ ਤੋਂ ਸੜ ਰਹੇ ਮਣੀਪੁਰ ਦੀ ਕਿੰਨੀ ਕੁ ਚਰਚਾ ਕਰ ਰਹੇ ਸਾਂ। ਯੂ ਨੋ ਇਟ, ਆਈ ਨੋ ਇਟ। ਇਸ ਹਫਤੇ ਵੀ ਹੋਰ ਬਥੇਰੇ ਮੁੱਦੇ ਸਨ ਟੀਵੀ ਉੱਤੇ ਚਰਚਾ ਕਰਨ ਲਈ, ਪਰ ਫਿਰ ਇਹ ਵਾਲੇ ਰਹਿ ਜਾਣੇ ਸਨ ਜਿਹੜੇ ਅਸੀਂ ਅੱਜ ਚਰਚਾ ਕਰਨ ਲਈ ਚੁੱਕੇ ਨੇ। ਦੋ ਗੰਭੀਰ ਵਿਸ਼ੇ ਹਨ, ਆਪਸ ਵਿੱਚ ਕਿਵੇਂ ਜੁੜੇ ਹਨ ਇਹ ਤੁਸੀਂ ਸਮਝ ਲੈਣਾ। ਇੱਕ ਦਾ ਸਬੰਧ ਦੇਸ਼ ਵਿੱਚ ਵਿਗਿਆਨਕ ਖੋਜ ਕਾਰਜਾਂ ਨਾਲ ਹੈ, ਰਿਸਰਚ ਨਾਲ। ਦੂਸਰੇ ਦਾ ਸਬੰਧ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨਾਲ ਹੈ। ਸਰਕਾਰ ਜੀ ਨੇ ਸੋਚਿਆ ਕਿ ਸਾਡੇ ਮੁਲਕ ਵਿੱਚ ਵਿਗਿਆਨਕ ਖੋਜ ਦਾ ਸਿਸਟਮ ਠੀਕ ਨਹੀਂ ਹੈ, ਰਿਸਰਚ ਐਂਡ ਡਿਵੈਲਪਮੈਂਟ ਠੀਕ ਨਹੀਂ ਚੱਲ ਰਹੀ। ਸਾਡੇ ਕਾਲਜ ਅਤੇ ਯੂਨੀਵਰਸਿਟੀਆਂ ਤਾਂ ਵਿਦਿਆ ਦਿੰਦੇ ਹਨ, ਖੋਜ ਲਈ, ਸਾਇੰਟੀਫਿਕ ਰਿਸਰਚ ਲਈ ਸਪੈਸ਼ਲ ਅਦਾਰੇ ਬਣਾਏ ਹੋਏ ਹਨ। ਇੰਜ ਦਾ ਨਿਜ਼ਾਮ ਸਾਡੇ ਆਧੁਨਿਕ ਸਮਿਆਂ ਦੇ ਅਨੁਕੂਲ ਨਹੀਂ ਹੈ। ਵਿਦਿਆ ਦੇਣ ਅਤੇ ਖੋਜੀ ਕਾਰਜ ਕਰਨ ਵਿਚਕਾਰ ਇਹ ਬਿਨਾਂ ਮਤਲਬ ਦੀ ਲਕੀਰ ਇਹ ਹਟਾ ਦੇਣੀ ਚਾਹੀਦੀ। ਇਸ ਪਰਥਾਏ ਕੈਬਨਿਟ ਨੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਸਥਾਪਿਤ ਕਰਦੇ ਬਿੱਲ ਨੂੰ ਪਾਸ ਕਰ ਦਿੱਤਾ। ਹੁਣ ਇਹ ਪਾਰਲੀਮੈਂਟ ਦੇ ਇਸੇ ਸੈਸ਼ਨ ਵਿੱਚ ਪੇਸ਼ ਹੋਵੇਗਾ। ਸਮਝਿਆ ਜਾ ਰਿਹਾ ਕਿ ਕਾਨੂੰਨ ਵੀ ਬਣ ਜਾਵੇਗਾ। ਇਹ ਮੁਲਕ ਭਰ ਵਿੱਚ ਰਿਸਰਚ ਦਾ ਸਾਰਾ ਨਿਜ਼ਾਮ ਬਦਲ ਕੇ ਰੱਖ ਦੇਵੇਗਾ। 50,000 ਕਰੋੜ ਰੁਪਏ ਦਾ ਬਜਟ ਹੋਵੇਗਾ ਨੈਸ਼ਨਲ ਰਿਸਰਚ ਫਾਊਂਡੇਸ਼ਨ ਕੋਲ ਅਗਲੇ 5 ਸਾਲਾਂ ਲਈ। 50,000 ਕਰੋੜ ਰੁਪਏ ਦਾ ਬਜਟ। ਕੋਈ 70% ਇਹਦਾ ਪ੍ਰਾਈਵੇਟ ਸੈਕਟਰ ਤੋਂ ਆਉਣਾ ਹੈ, ਬਾਕੀ ਦਾ ਸਰਕਾਰ ਦੇਵੇਗੀ। ਇਸ ਨੈਸ਼ਨਲ ਰਿਸਰਚ ਫਾਊਂਡੇਸ਼ਨ ਦਾ ਮੁਖੀ ਕੌਣ ਹੋਵੇਗਾ, ਇਹਨੂੰ ਚਲਾਵੇਗਾ ਕੌਣ, ਤੇ ਫਿਰ ਇਹ ਖੋਜ ਕਿਸ ਕਿਸਮ ਦੀ ਕਰੇਗੀ, ਇਹ ਪਤਾ ਲੱਗੇਗਾ ਤੁਹਾਨੂੰ ਸਾਡੇ ਅੱਜ ਦੇ ਡਿਬੇਟ ਵਿੱਚ। ਪਰ ਯੂਨੀਵਰਸਿਟੀਆਂ ਕਾਲਜਾਂ ਵਿੱਚ ਪੜ੍ਹਦੇ ਪੜ੍ਹਾਉਂਦੇ ਅਧਿਆਪਕ ਵਿਦਿਆਰਥੀ ਤੇ ਜਿਨ੍ਹਾਂ ਨੇ ਅੱਗੋਂ ਜਾਣਾ ਕਾਲਜਾਂ 'ਚ ਸਭ ਚੁਕੰਨੇ ਹੋ ਜਾਣ। ਦੂਸਰੀ ਤੰਦ ਜਿਹੜੀ ਅਸੀਂ ਫੜਨ ਜਾ ਰਹੇ ਹਾਂ ਇਸ ਡਿਬੇਟ ਦੇ ਵਿੱਚ, ਉਹਦਾ ਇੱਕ ਸਿਰਾ ਤੁਹਾਡੇ ਬੱਚੇ ਦੇ ਹੱਥ ਵਿੱਚ ਹੈ। ਉਹਦਾ ਇਹ ਸਮਾਰਟਫੋਨ। ਉਹੀ ਸਮਾਰਟਫੋਨ ਜਿਹੜਾ ਸੁਣਿਆ ਅੱਜ ਕੱਲ੍ਹ ਪੜ੍ਹਾਈ ਵਿੱਚ ਬੜੀ ਮਦਦ ਕਰਦਾ ਹੈ। ਬਹੁਤ ਸਾਰੇ ਸੂਬਿਆਂ ਵਿੱਚ ਸਰਕਾਰਾਂ ਬੱਚਿਆਂ ਨੂੰ ਵੰਡਦੀਆਂ ਫਿਰਦੀਆਂ ਨੇ। ਹੁਣੇ ਬਲਕਿ ਕੁਝ ਹੀ ਘੰਟੇ ਪਹਿਲਾਂ ਯੂਨੈਸਕੋ ਦੀ ਅੰਤਰਰਾਸ਼ਟਰੀ ਰਿਪੋਰਟ ਆਈ ਹੈ, ਗਲੋਬਲ ਐਜੂਕੇਸ਼ਨ ਮੋਨੀਟਰਿੰਗ ਰਿਪੋਰਟ 2023 ਦੀ। ਦੁਨੀਆ ਭਰ ਵਿੱਚ ਵਿਦਿਆ ਕਿਵੇਂ ਪ੍ਰਦਾਨ ਕੀਤੀ ਜਾ ਰਹੀ ਹੈ, ਇਹਦੀ ਖਬਰ ਲੈਂਦੀ ਸੰਯੁਕਤ ਰਾਸ਼ਟਰ ਦੀ ਇਹ ਰਿਪੋਰਟ ਹੈ। ਮੋਟੇ ਤੌਰ ਦੇ ਉੱਤੇ ਰਿਪੋਰਟ ਨੇ ਸਿਫਾਰਿਸ਼ ਕੀਤੀ ਹੈ ਕਿ ਸਕੂਲਾਂ ਵਿੱਚ ਸਮਾਰਟਫੋਨ ਉੱਤੇ ਤੁਰੰਤ ਬੈਨ ਲੱਗਣਾ ਚਾਹੀਦਾ ਹੈ, ਇਮੀਡੀਏਟਲੀ ਬੈਨ ਲੱਗ ਜਾਣਾ ਚਾਹੀਦਾ ਹੈ। ਖੋਜ ਇਹ ਦੱਸਦੀ ਹੈ ਕਿ ਸਮਾਰਟਫੋਨ ਤੁਹਾਡੇ ਬੱਚਿਆਂ ਨੂੰ ਸਮਾਰਟ ਨਹੀਂ, ਮੰਦਬੁੱਧੀ ਬਣਾ ਰਿਹਾ ਹੈ। 25% ਦੇਸ਼ਾਂ ਨੇ, ਦੁਨੀਆ ਦੇ 1/4 ਦੇਸ਼ਾਂ ਨੇ ਕਾਨੂੰਨੀ ਤੌਰ ਉੱਤੇ ਅਜਿਹੇ ਬੈਨ ਨਾਫਿਜ਼ ਕਰ ਵੀ ਦਿੱਤੇ ਹਨ। ਯੂਨੈਸਕੋ ਦੀ ਇਸ ਰਿਪੋਰਟ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੀਆਂ ਸਾਇੰਟੀਫਿਕ ਖੋਜਾਂ ਜਿਹੜੀਆਂ ਇਹ ਦੱਸਦੀਆਂ ਸਨ ਕਿ ਸਮਾਰਟਫੋਨ ਨਾਲ ਬੱਚੇ ਸਮਾਰਟ ਬਣ ਰਹੇ ਹਨ, ਉਹਨਾਂ ਖੋਜ ਰਿਪੋਰਟਾਂ ਪਿੱਛੇ ਉਹੀ ਅਦਾਰੇ ਹਨ ਜਿਹੜੇ ਡਿਜੀਟਲ ਐਜੂਕੇਸ਼ਨ ਦੇ ਨਿਜ਼ਾਮ ਦੇ ਆਪ ਵੱਡੇ ਖਿਲਾੜੀ ਹਨ। ਮਤਲਬ ਜਿਵੇਂ ਉਹ ਤੰਬਾਕੂ ਵਾਲੀਆਂ ਕੰਪਨੀਆਂ ਰਿਸਰਚ ਕਰਾਉਂਦੀਆਂ ਸੀ ਵੀ ਸਿਗਰਟ ਪੀਣ ਨਾਲ ਸਿਹਤ ਨੂੰ ਨੁਕਸਾਨ ਤਾਂ ਨਹੀਂ ਹੁੰਦਾ। ਸੋ ਇੱਕ ਪਾਸੇ ਯੂਨੈਸਕੋ ਦੀ ਰਿਪੋਰਟ ਹੈ, ਦੂਜੇ ਪਾਸੇ ਸਮਾਰਟਫੋਨ ਵੰਡਦੀ ਸਾਡੀ ਸਰਕਾਰ ਹੈ। ਹੁਣ ਨਿਆਣੇ ਨੂੰ ਵਧੀਆ ਸਮਾਰਟਫੋਨ ਲੈ ਕੇ ਦੇਣਾ, ਖਰੀਦ ਕੇ ਦੇਣਾ, ਕਿ ਜਿਹੜਾ ਹੈ ਵਿਚਾਰੇ ਕੋਲ ਉਹ ਵੀ ਖੋਹ ਲੈਣਾ। ਇਹ ਡਿਬੇਟ ਸੁਣੋ ਤੁਸੀਂ ਤੇ ਫੈਸਲਾ ਕਰੋ। ਪਤਾ ਨਹੀਂ ਕਿਵੇਂ ਬੱਚਾ ਤੁਹਾਡਾ ਇੰਨਾ ਸਮਾਰਟ ਬਣੇ ਕਿ ਵੱਡਾ ਹੋ ਕੇ ਵੱਡੇ ਵੱਡੇ ਖੋਜ ਕਾਰਜ ਕਰੇ। ਉਹ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ 50,000 ਕਰੋੜ ਰੁਪਏ ਵਿੱਚੋਂ ਚੌਖਾ ਪੈਸਾ ਉਹਨੂੰ ਵੀ ਮਿਲੇ, ਕੋਈ ਤਕੜੀ ਖੋਜ ਕਰੇ। ਇਹਦੇ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਅਕਸ਼ੇ ਕੁਮਾਰ ਜੀ। ਪ੍ਰੋਫੈਸਰ ਅਕਸ਼ੇ ਕੁਮਾਰ ਜੀ ਐਕੈਡੈਮਿਕ ਹਨ, ਪੰਜਾਬ ਯੂਨੀਵਰਸਿਟੀ ਦੇ ਨਾਲ ਵਾਬਸਤਾ ਹਨ, ਖੋਜ ਕਾਰਜਾਂ ਦੇ ਨਾਲ ਵਾਬਸਤਾ ਹਨ। ਲਗਾਤਾਰ ਇਹਨਾਂ ਦੇ ਥੱਲੇ ਸਾਲਾਂ ਤੋਂ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਤੇ ਖੋਜ ਕਰਦੇ ਹਨ। ਯੂਨੀਵਰਸਿਟੀ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਤੇ ਹਨ, ਇਸ ਕਰਕੇ ਜਾਣਦੇ ਹਨ ਕਿ ਯੂਨੀਵਰਸਿਟੀਆਂ ਦੇ ਵਿੱਚ, ਵੱਡੇ ਰਿਸਰਚ ਇੰਸਟੀਟਿਊਸ਼ਨਸ ਦੇ ਵਿੱਚ ਇਹ ਖੋਜ ਕਿਸ ਕਿਸਮ ਨਾਲ ਹੁੰਦੀ ਹੈ ਤੇ ਇਹ ਜਿਹੜੀ ਸਰਕਾਰ ਨੇ ਇੱਕ ਸਾਰਾ ਨਿਜ਼ਾਮ ਬਦਲਿਆ ਇਹਨਾਂ ਖੋਜ ਕਾਰਜਾਂ ਦਾ, ਇਸ ਨਾਲ ਕੀ ਫਰਕ ਪਵੇਗਾ। ਸਾਡੇ ਨਾਲ ਡਾਕਟਰ ਕੁਲਦੀਪ ਪੁਰੀ ਜੀ ਜੁੜ ਰਹੇ ਹਨ। ਡਾਕਟਰ ਕੁਲਦੀਪ ਪੁਰੀ ਜੀ ਪੇਸ਼ੇ ਤੋਂ ਹੀ ਐਜੂਕੇਸ਼ਨਿਸਟ ਹਨ, ਦਹਾਕਿਆਂ ਤੋਂ ਪੰਜਾਬ ਯੂਨੀਵਰਸਿਟੀ ਨਾਲ ਵਾਬਸਤਾ ਰਹੇ। ਡਾਕਟਰ ਕੁਲਦੀਪ ਪੁਰੀ ਜੀ ਇਸ ਗੱਲ ਦੀ ਖਾਸ ਤੌਰ ਤੇ ਸਟੱਡੀ ਕਰਦੇ ਨੇ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੀ ਅਤੇ ਕਿਵੇਂ ਪੜ੍ਹਾਇਆ ਜਾਂਦਾ ਹੈ, ਉਸ ਨੂੰ
ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ, ਜੇ ਕੋਈ ਟੈਕਨੋਲੋਜੀ ਲਿਆਂਦੀ ਜਾਂਦੀ ਹੈ ਤਾਂ ਉਹਦੇ ਇੰਪੈਕਟ ਨੂੰ ਕਿਵੇਂ ਨਾਪਿਆ ਪਰਖਿਆ ਜਾਂਦਾ ਹੈ, ਉਹਦੇ ਲਈ ਫਿਰ ਅੱਗੋਂ ਹਿਊਮਨ ਰਿਸੋਰਸਿਸ ਨੂੰ, ਅਧਿਆਪਕਾਂ ਨੂੰ, ਬੱਚਿਆਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ, ਇਹ ਸਭ ਨੂੰ ਨੇੜਿਓਂ ਸਮਝਦੇ ਹਨ। ਡਾਕਟਰ ਕੁਲਦੀਪੁਰੀ ਜੀ, ਇਫ ਆਈ ਕੈਨ ਸਟਾਰਟ ਵਿਦ ਯੂ ਫਸਟ, ਇਹ ਜਿਹੜੀ ਗਲੋਬਲ ਐਜੂਕੇਸ਼ਨ ਮੋਨੀਟਰਿੰਗ ਰਿਪੋਰਟ ਆਈ ਹੈ, ਇੱਕ ਤਾਂ ਇੰਨੀਆਂ ਰਿਪੋਰਟਾਂ ਆਉਂਦੀਆਂ ਨੇ, ਕੋਈ ਰਿਪੋਰਟ ਕਹਿੰਦੀ ਹੈ ਬੱਚੇ ਸਮਾਰਟਫੋਨ ਨਾਲ ਸਮਾਰਟ ਹੋਣਗੇ, ਕੋਈ ਹੁਣ ਆ ਕੇ ਕਹਿ ਦਿੰਦਾ ਕਿ ਇਹ ਬੱਚੇ ਮੰਦਬੁੱਧੀ ਹੋਣਗੇ। ਵਾਈ ਸ਼ੁੱਡ ਵੀ ਬਿਲੀਵ ਦਿਸ? ਇਹ ਕਿੰਨੀ ਕੁ ਭਰੋਸੇਯੋਗ ਹੈ ਤੇ ਰਿਪੋਰਟ ਲਾਰਜਲੀ ਇਸ ਤੋਂ ਬਿਨਾਂ ਕੀ ਕਹਿੰਦੀ ਹੈ ਕਿ ਬੱਚਿਆਂ ਤੋਂ ਸਮਾਰਟਫੋਨ ਲੈ ਲੈਣੇ ਚਾਹੀਦੇ ਨੇ, ਇਹ ਬੱਚਿਆਂ ਨੂੰ ਮੰਦਬੁੱਧੀ ਬਣਾ ਰਹੇ ਨੇ? ਜਿਹੜਾ ਬੁਨਿਆਦੀ ਸਵਾਲ ਇਸ ਮੋਨੀਟਰਿੰਗ ਰਿਪੋਰਟ ਪੇਸ਼ ਕਰਦੀ ਹੈ ਉਹ ਉਹਦੇ ਟਾਈਟਲ ਵਿੱਚ ਲੁਕਿਆ ਹੋਇਆ ਹੈ ਕਿ ਐਜੂਕੇਸ਼ਨ ਦੇ ਵਿੱਚ ਟੈਕਨੋਲੋਜੀ ਦਾ ਦਖਲ। ਮੈਂ ਉਹਦਾ ਅਨੁਵਾਦ ਆਪਣੇ ਤਰੀਕੇ ਨਾਲ ਕਰ ਰਿਹਾ, ਕਿਹਨਾਂ ਦੀਆਂ ਸ਼ਰਤਾਂ ਤੇ? ਉਹ ਹੈਗਾ ਐਜੂਕੇਸ਼ਨ, ਟੈਕਨੋਲੋਜੀ ਇਨ ਐਜੂਕੇਸ਼ਨ ਆ ਟੂਲ ਔਨ ਹੂਜ਼ ਟਰਮਸ, ਕਿਸ ਦੀਆਂ ਸ਼ਰਤਾਂ ਦੇ ਉੱਤੇ ਇਹ ਹਥਿਆਰ ਜਿਹੜਾ ਵਰਤਿਆ ਜਾ ਰਿਹਾ ਐਜੂਕੇਸ਼ਨ ਦੇ ਵਿੱਚ? ਬਿਲਕੁਲ ਜੀ। ਔਰ ਇਹ ਆਪਣੇ ਆਪ ਵਿੱਚ ਹੀ ਇਹ ਜਿਹੜਾ ਟਾਈਟਲ ਹੈ ਉਸਨੇ ਪੂਰੀ ਰਿਪੋਰਟ ਦੇ ਵਿੱਚ ਉਹਦੀ ਰਿਫਲੈਕਸ਼ਨ ਹੈ, ਪੂਰਾ ਉਹਦਾ ਅਸਰ ਹੈ। ਅਸਲ ਦੇ ਵਿੱਚ ਇਹ ਹੈ ਕਿ ਅਸੀਂ ਟੈਕਨੋਲੋਜੀ ਦੀ ਡਿਵੈਲਪਮੈਂਟ ਨੂੰ ਤਾਂ ਅਸੀਂ ਦੇਖ ਰਹੇ ਹਾਂ ਔਰ ਉਹ ਬੜੀ ਤੇਜ਼ ਹੁੰਦੀ ਹੈ। ਰਿਪੋਰਟ ਹੀ ਕਹਿੰਦੀ ਹੈ ਕਿ ਹਰ 3 ਸਾਲ ਬਾਅਦ ਨਵੀਂ ਟੈਕਨੋਲੋਜੀ ਆ ਜਾਂਦੀ ਹੈ ਪੁਰਾਣੀ ਟੈਕਨੋਲੋਜੀ ਦੀ ਜਗ੍ਹਾ ਤੇ ਉਸ ਦਾ ਇੰਪੈਕਟ ਅਸੀਂ ਅਸੈਸ ਵੀ ਨਹੀਂ ਕਰ ਪਾਉਂਦੇ, ਬਿਲਕੁਲ ਅਸੈਸ ਨਹੀਂ ਕਰ ਪਾਉਂਦੇ। ਔਰ ਜਦੋਂ ਅਸੀਂ ਉਹਨੂੰ ਐਜੂਕੇਸ਼ਨ ਵਿੱਚ ਯੂਜ਼ ਕਰਦੇ ਹਾਂ, ਆਪਾਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ, ਜਿਵੇਂ ਰਿਪੋਰਟ ਕਹਿੰਦੀ ਹੈ ਕਿ ਟੈਕਨੋਲੋਜੀ ਉਹਦਾ ਵਿਕਾਸ ਹੋ ਰਿਹਾ ਹੈ, ਪਰ ਉਹ ਟੈਕਨੋਲੋਜੀ ਦਾ ਐਜੂਕੇਸ਼ਨ ਵਿੱਚ ਕਿੰਨਾ ਕੁ ਰੋਲ ਹੋ ਸਕਦਾ ਹੈ, ਇਹਦੀ ਵੀ ਗੱਲ ਤੱਕ ਬੜੀ ਸਮਝ ਕੇ ਔਰ ਸਿਆਣਪ ਦੇ ਨਾਲ ਆਪਾਂ ਨੂੰ ਦੇਖਣੀ ਪਏਗੀ। ਬਿਲਕੁਲ। ਟੈਕਨੋਲੋਜੀ ਐਜੂਕੇਸ਼ਨ ਦੇ ਵਿੱਚ ਜਿਹੜੀ ਟੈਕਨੋਲੋਜੀ ਹੈ ਉਹ ਸਾਡਾ ਸਾਧਨ ਤੇ ਹੋ ਸਕਦੀ ਹੈ, ਸਾਡਾ ਹਾਸਲ ਨਹੀਂ ਹੋ ਸਕਦੀ। ਜਿਹੜੇ ਇਫੈਕਟ ਇਹਨਾਂ ਨੇ ਦੱਸੇ ਨੇ, ਉਹਨਾਂ ਨੇ ਕਿਹਾ ਕਿ ਜਿੰਨਾ ਸਮਾਂ ਬੱਚਾ ਸਕਰੀਨ ਤੇ ਲਗਾਉਂਦਾ ਹੈ ਉਨੀ ਉਹਦੀ ਜਿਹੜੀ ਵੈਲ ਬੀਇੰਗ ਆ, ਉਹਦੇ ਚੰਗੇ ਤਰੀਕੇ ਨਾਲ ਵਿਕਸਣਾ ਹੈ, ਉਹ ਓਨਾ ਗੁਰਬਤ ਦਾ ਸ਼ਿਕਾਰ ਹੁੰਦਾ ਜਾਂਦਾ ਹੈ, ਓਨਾ ਹੀ ਉਹ ਘਟੀਆ ਹੁੰਦਾ ਜਾਂਦਾ ਹੈ। ਤੇ ਮੈਂ ਇਸ ਗੱਲ ਤੋਂ ਬੜਾ ਹੈਰਾਨ ਸੀ, ਉਹਨਾਂ ਨੇ ਕਿਹਾ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਬੱਚਾ ਸਮਾਰਟਫੋਨ ਵਰਤ ਰਿਹਾ ਹੈ ਜਾਂ ਕਲਾਸ ਵਿੱਚ ਬੱਚੇ ਵਰਤ ਰਹੇ ਨੇ। ਉਹ ਕਹਿੰਦੇ ਜੇ ਸਾਰੀ ਕਲਾਸ ਦੇ ਵਿੱਚ ਕਿਸੇ ਕੋਲ ਸਮਾਰਟਫੋਨ ਨਾ ਹੋਵੇ ਤੇ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਬਾਹਰ ਇੱਕ ਬੱਚੇ ਕੋਲ ਸਮਾਰਟਫੋਨ ਹੈ, ਸ਼ੀਅਰ ਪ੍ਰੋਕਸੀਮਿਟੀ, ਸਮਾਰਟਫੋਨ ਦੀ ਨੇੜੇ ਹੋਣਾ, ਜਾਂ ਇਹ ਪਤਾ ਹੋਣਾ ਕਿ ਗੁਆਂਢ ਵਿੱਚ ਹੀ ਸਮਾਰਟਫੋਨ ਵਰਤਿਆ ਜਾ ਰਿਹਾ ਉਹਨਾਂ ਵਰਗੇ ਬੱਚਿਆਂ ਵੱਲ, ਇਸੇ ਨਾਲ ਹੀ ਇੰਨੇ ਲੈਵਲ ਦੀ ਡਿਸਟਰੈਕਸ਼ਨ ਪੈਦਾ ਹੋ ਜਾਂਦੀ ਹੈ ਕਿ ਅਧਿਆਪਕ ਠੀਕ ਪੜ੍ਹਾ ਨਹੀਂ ਸਕਦਾ ਤੇ ਬੱਚੇ ਉਸ ਨੂੰ ਠੀਕ ਤਰੀਕੇ ਨਾਲ ਸਮਝ ਨਹੀਂ ਸਕਦੇ। ਇਹ ਉਹ ਬਹੁਤ ਸਾਰੀਆਂ ਸਟੱਡੀਜ਼ ਦੇ ਆਧਾਰ ਤੇ ਕਹਿ ਰਹੇ ਨੇ। ਇਹ ਤਾਂ ਬਹੁਤ ਡਰਾਉਣ ਵਾਲੀ ਗੱਲ ਹੈ। ਬਿਲਕੁਲ। ਔਰ ਇੱਕ ਗੱਲ ਹੋਰ ਵੀ ਹੈ, ਇਹਦਾ ਇੱਕ ਹੋਰ ਡਾਇਮੈਂਸ਼ਨ ਵੀ ਹੈਗੀ ਹੈ। ਇਹ ਅਸੀਂ ਜਿਸ ਇਕੁਐਲਿਟੀ ਦੀ ਸਭ ਤੱਕ ਪਹੁੰਚਣ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਸਭ ਤੱਕ ਐਜੂਕੇਸ਼ਨ ਪਹੁੰਚਾ ਦਿਆਂਗੇ, ਔਰ ਸਾਨੂੰ ਇਹ ਸਮਝਾਇਆ ਗਿਆ ਜਾਂ ਇਹ ਪ੍ਰਚਾਰ ਕੀਤਾ ਗਿਆ ਕਿ ਟੈਕਨੋਲੋਜੀ ਜਿਹੜੀ ਹੈ ਉਹ ਬੜੀ ਵੱਡੀ ਇਕੁਅਲਾਈਜ਼ਰ ਹੈ, ਹਾਂ, ਡੈਮੋਕ੍ਰੈਟਿਕ ਚੀਜ਼ ਹੈ, ਇਹ ਬਹੁਤ ਸਭ ਤੱਕ ਪਹੁੰਚ ਜਾਂਦੀ ਹੈ। ਬਿਲਕੁਲ। ਇਹ ਰਿਪੋਰਟ ਇਹ ਦੱਸਦੀ ਹੈ ਕਿ ਇਹ ਸਿਰਫ ਇਲੀਟ ਕਲਾਸ ਜਾਂ ਜਿਹੜੇ ਸਾਧਨ ਸੰਪੰਨ ਲੋਕ ਨੇ, ਇਹ ਸਿਰਫ ਉਹਨਾਂ ਤੱਕ ਹੈ, ਬਾਕੀਆਂ ਵਿੱਚ ਨਹੀਂ। ਪਰ ਇਹ ਰਿਪੋਰਟ ਇਹ ਤਾਂ ਨਹੀਂ ਕਹਿੰਦੀ ਕਿ ਜੇ ਇਲੀਟ ਕਲਾਸ ਤੋਂ ਬੱਚਾ ਆਇਆ ਤਾਂ ਉਹ ਤੇ ਸਮਾਰਟਫੋਨ ਦੇ ਨਾਲ ਹੋਰ ਸਮਾਰਟ ਹੋ ਜਾਏਗਾ, ਦੂਸਰਾ ਬੱਚਾ ਮੰਦਬੁੱਧੀ ਹੋ ਜਾਏਗਾ। ਨਹੀਂ, ਉਹ ਤੇ ਮਸਲਾ ਹੀ ਡਿਫਰੈਂਟ ਹੈ। ਹਾਂ, ਉਹ ਮਸਲਾ ਡਿਫਰੈਂਟ, ਉਹ ਤੇ ਮਸਲਾ ਹੀ ਡਿਫਰੈਂਟ ਹੈ। ਬੱਚਿਆਂ ਦੋਨਾਂ ਦੇ ਉੱਤੇ ਨੈਗੇਟਿਵ ਇਫੈਕਟ। ਮੈਂ ਤਾਂ ਇਹ ਪਹਿਲੇ ਕਹਿ ਰਿਹਾ ਕਿ ਪਹਿਲੇ ਤੇ ਪਹੁੰਚਦੀ ਹੋਈ ਨਹੀਂ ਸਭ ਤੱਕ। ਜੀ ਬਿਲਕੁਲ। ਪਹਿਲੇ ਤੇ ਇਹ ਦਲੀਲ ਜਿਹੜੀ ਹੈ ਬਹੁਤ ਥੋਥੀ ਹੈ। ਉਹ ਰਿਪੋਰਟ ਇਹ ਕਹਿੰਦੀ ਹੈ ਕਿ ਆ ਜਦੋਂ ਪਿੱਛੇ ਸਾਰਾ ਇਹ ਆਨਲਾਈਨ ਦਾ ਮਸਲਾ ਕੋਵਿਡ 'ਚ ਆਇਆ ਕਿ 1 ਬਿਲੀਅਨ ਸਟੂਡੈਂਟਸ ਤੱਕ ਉਹ ਪਹੁੰਚੀ, ਪਰ ਆਲਮੋਸਟ ਅੱਧੇ ਬਿਲੀਅਨ ਤੱਕ ਉਹ ਨਹੀਂ ਵੀ ਪਹੁੰਚੀ, ਜਿਹੜਾ ਕਿ ਪੂਰੇ ਬੱਚਿਆਂ ਦਾ 31% ਹੈ। ਤੇ ਉਹਨਾਂ ਦੇ ਵਿੱਚ 72% ਉਹ ਬੱਚੇ ਨੇ ਜਿਹੜੇ ਗਰੀਬ ਸੀਗੇ, ਜਿਹੜੇ ਗਰੀਬ ਕੰਟਰੀਜ਼ ਚੋਂ ਸੀਗੇ, ਜਿਹੜੇ ਪੂਰੈਸਟ ਸੀਗੇ। ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹ ਟੈਕਨੋਲੋਜੀ ਬਰਾਬਰਤਾ ਲੈ ਆਉਂਦੀ ਹੈ, ਇੱਕ ਤਾਂ ਸਾਨੂੰ ਇਸ ਭਰਮ ਤੋਂ ਇਹ ਰਿਪੋਰਟ ਜਿਹੜੀ ਹੈ ਨਾ ਉਹ ਬਰਾਬਰਤਾ ਵਾਲਾ ਭਰਮ ਕੱਢ ਕਿ ਉਹ ਭਰਮ ਕੱਢ ਦੇਣਾ ਚਾਹੀਦਾ। ਦੂਸਰਾ ਹੈਗਾ ਕਿ ਉਹਨੇ ਲਰਨ ਕੀਤਾ ਕਿ ਨਹੀਂ ਕੀਤਾ। ਹੁਣ ਲਰਨ ਕਰਨ ਦਾ ਮਾਮਲਾ ਇਹ ਹੈ ਕਿ ਉਹ ਇੰਨੀ ਜ਼ਿਆਦਾ, ਇੰਨੀ ਐਕਸੈਸਿਵ ਉਹਦੀ ਯੂਜ਼ ਹੈ। ਉਹ ਕਲਾਸਰੂਮ ਤੋਂ ਲੈ ਕੇ ਐਡਮਿਨਿਸਟ੍ਰੇਸ਼ਨ ਤੱਕ, ਟੀਚਰ ਤੋਂ ਲੈ ਕੇ ਪੇਰੈਂਟਸ ਤੱਕ, ਮਤਲਬ ਉਹਦਾ ਇੰਨਾ ਦਖਲ ਹੈ। ਬੱਚੇ ਦੀ ਕਿਤਾਬ, ਬੱਚੇ ਦਾ ਸਕੂਲ ਦਾ ਅਧਿਆਪਕ, ਬੱਚੇ ਦੇ ਮਾਂ-ਬਾਪ, ਬੱਚੇ ਦਾ ਮਨੋਰੰਜਨ, ਉਹਦੀ ਅਸੈਸਮੈਂਟ, ਸਭ ਉਹੀ ਬਣ ਗਿਆ। ਉਹ ਸਾਰਾ ਕੁਝ ਉਹ ਬਣ ਗਿਆ। ਤਾਂ ਉਹ ਇਹ ਕਹਿੰਦੇ ਨੇ ਕਿ ਪਲੀਜ਼ ਇਹਨੂੰ
ਥੋੜਾ ਇਹਨੂੰ ਸੋਚੋ ਔਰ ਉਹ ਸ਼ਾਇਦ ਅਗਲੇ ਕੁਝ ਬਾਅਦ ਉਹਨਾਂ ਨੇ ਕੋਈ 4 ਸਵਾਲ ਖੜੇ ਕੀਤੇ ਨੇ ਜਿਹਦੀ ਆਪਾਂ ਬਾਤ ਕਰਾਂਗੇ। ਮੈਂ ਗੱਲ ਕਰਦਾ ਅਕਸ਼ੇ, ਤੁਸੀਂ ਤਾਂ ਲਗਾਤਾਰ, ਕਿਉਂਕਿ ਤੁਸੀਂ ਜਿਨ੍ਹਾਂ ਵਿਦਿਆਰਥੀਆਂ ਨਾਲ ਡੀਲ ਕਰਦੇ ਹੋ ਉਹ ਯੂਨੀਵਰਸਿਟੀ ਲੈਵਲ ਦੇ ਵਿਦਿਆਰਥੀ ਨੇ, ਉਹ ਇਹਦੇ ਵਿੱਚੋਂ ਨਿਕਲ ਚੁੱਕੇ ਨੇ। ਅਜੇ ਕਿ ਰਿਪੋਰਟ ਨੇ ਇਸ ਕਿਸਮ ਦੀਆਂ ਇੰਡੀਕੇਸ਼ਨਸ ਦਿੱਤੀਆਂ ਨੇ ਕਿ ਕਿਉਂਕਿ 2 to 17 ਈਅਰਸ ਤੱਕ ਦੇ ਡੈਮੋਗ੍ਰਾਫਿਕ ਨੂੰ ਉਹਨਾਂ ਨੇ ਸਟੱਡੀ ਕੀਤਾ। ਉਹ ਕਹਿੰਦੇ ਨੇ 14 ਕੰਟਰੀਆਂ ਦੇ ਵਿੱਚ ਜਿਹੜੀ ਸਟੱਡੀ ਹੈ ਉਹ ਇਹ ਦਿਖਾਉਂਦੀ ਹੈ ਕਿ ਸਟੂਡੈਂਟਸ ਡਿਸਟਰੈਕਟ ਹੁੰਦੇ ਨੇ। ਉਹਨਾਂ ਨੇ ਕੰਪਨੀਆਂ ਦਾ ਨਾਮ ਲਿਖਿਆ। ਉਹ ਕਹਿੰਦੇ ਪੀਅਰਸਨ ਸਭ ਤੋਂ ਵੱਡੀ ਕੰਪਨੀ ਹੈ ਇਸ ਡਿਜੀਟਲ ਐਜੂਕੇਸ਼ਨ ਦੇ ਮੁਕਾਮ ਦੇ ਵਿੱਚ, ਤੇ ਸਭ ਤੋਂ ਜ਼ਿਆਦਾ ਰਿਸਰਚ ਪੀਅਰਸਨ ਕਰਾਉਂਦੀ ਹੈ, ਜਿਹੜੀ ਦੱਸਦੀ ਹੈ ਵੀ ਸਮਾਰਟਫੋਨ ਦੇ ਤੇ ਬੜੇ ਹੀ ਫਾਇਦੇ ਨੇ, ਤੇ ਪੀਅਰਸਨ ਦਾ ਤੇ ਆਪਣਾ ਇਹਦੇ 'ਚ ਹਿੱਤ ਹੈ, ਤੇ ਉਹਦਾ ਉਹਨਾਂ ਨੇ ਨਾਮ ਦਿੱਤਾ ਹੈ। ਉਹ ਕਹਿੰਦੇ ਬਹੁਤ ਸਾਰਾ ਐਵੀਡੈਂਸ ਹੈ ਇਹਦਾ ਕਿ ਇੱਕ ਨੈਗੇਟਿਵ ਲਿੰਕ ਹੈ। ਤੁਸੀਂ ਸਕਰੀਨ 'ਤੇ ਜ਼ਿਆਦਾ ਸਮਾਂ ਬਿਤਾਉਂਦੇ ਹੋ ਤੇ ਬੱਚੇ ਦੀ ਜਿਹੜੀ ਐਜੂਕੇਸ਼ਨਲ ਪਰਫਾਰਮੈਂਸ ਹੈ, ਉਹਦੀ ਜਿਹੜੀ ਪੜ੍ਹਾਈ ਦੇ ਵਿੱਚ ਜਿਹੜੀ ਉਹਨੇ ਸਿੱਖਣਾ ਹੈ, ਸਿਖਾਉਣਾ ਹੈ, ਦੱਸਣਾ ਹੈ, ਉਸ ਨੂੰ ਨਹੀਂ ਕਰ ਪਾਉਂਦਾ। ਵਾਟ ਹੈਜ਼ ਬੀਨ ਯੋਰ ਐਕਸਪੀਰੀਅੰਸ ਵਿਦ ਸਟੂਡੈਂਟਸ ਹੂ ਆਰ ਜਿਹੜੇ ਵਿਦਿਆਰਥੀ ਅਜੇ ਬੜੀ ਉਸ ਤੋਂ ਕਿਤੇ ਜ਼ਿਆਦਾ ਉਮਰ ਦੇ ਨੇ, ਜ਼ਿਆਦਾ ਮੈਚਿਓਰ ਨੇ, ਅਡਲਟ ਨੇ? ਮੈਂ ਜੋ ਆਪਣਾ ਕਲਾਸਰੂਮ ਦਾ ਜਿਹੜਾ ਐਕਸਪੀਰੀਅੰਸ ਹੈ ਉਸ ਦੇ ਬੇਸ 'ਤੇ ਦੋ ਗੱਲਾਂ ਕਹਿਣੀਆਂ ਹੈ। ਨੰਬਰ 1 ਗੱਲ ਤਾਂ ਹੈ ਕਿ ਦੇਖੋ ਟੈਕਨੋਲੋਜੀ ਤਾਂ ਇਨੇਵਿਟੇਬਲ ਚੀਜ਼ ਹੈ, ਉਹ ਤਾਂ ਆਉਣੀ ਹੈ, ਪਰ ਉਹਦਾ ਕਿਵੇਂ ਇੱਕ ਰੈਸ਼ਨਲ ਡਿਸਕ੍ਰੀਟ ਯੂਜ਼ ਕੀਤਾ ਜਾਵੇ, ਇਹ ਸਾਨੂੰ ਇਹਨੂੰ ਕੈਲੀਬ੍ਰੇਟ ਕਰਨਾ ਪੈਣਾ। ਮੈਂ ਇਹ ਕਹਿਣਾ ਤੁਹਾਨੂੰ ਹੋਇਆ ਕੀ ਹੈ, ਮੈਂ ਤੁਹਾਨੂੰ ਸਿੰਪਲ ਜਿਹਾ ਇੱਕ ਐਗਜ਼ਾਮਪਲ ਦਿੰਦਾ। ਪਹਿਲੇ ਕਿਤਾਬ ਸੀ, ਇੱਕ ਓਬਲੀਗੇਸ਼ਨ ਸੀ, ਕਿਤਾਬ ਨੂੰ ਬੱਚਾ ਖੋਲ੍ਹੇਗਾ, ਪੜ੍ਹੇਗਾ, ਪੇਜ ਟੂ ਪੇਜ ਪੜ੍ਹੇਗਾ। ਹੁਣ ਕੀ ਆਇਆ, ਜਦੋਂ ਤੋਂ ਇਹ ਤੁਹਾਡੇ ਕੋਲ ਸੌਫਟਵੇਅਰ ਆਇਆ ਕਿ ਤੁਸੀਂ ਸਿਲੈਕਟ ਕਰੋ ਵਰਡ, ਤੇ ਉਹ ਕੀਵਰਡ ਸਿਲੈਕਟ ਕਰੋਗੇ ਤਾਂ ਤੁਹਾਨੂੰ ਉਹ ਕਹੂਗਾ ਜੀ ਮੈਂ 5 ਮਿੰਟ ਕਿਤਾਬ ਪੜ੍ਹ ਲਿੱਤੀ। ਉਹ ਕਿਤਾਬ ਪੜ੍ਹ ਹੀ ਨਹੀਂ ਰਿਹਾ, ਉਹ ਤਾਂ ਉਹ ਪੰਨੇ ਫਰੋਲ ਲਿਆ ਜਿੱਥੇ ਉਹ ਪੇਜ ਉਹ ਵਰਡ ਆਇਆ ਹੈ। ਜੋ ਮੈਨੂੰ ਨਹੀਂ ਆਉਂਦਾ ਮੈਂ ਝਟ ਦੇਖ ਲਿਆ ਜੀ, ਮੈਨੂੰ ਪਤਾ ਲੱਗ ਗਿਆ। ਉਹ ਕਹਿੰਦੇ ਉਹਦੀ ਰੀਡਿੰਗ ਦੀ ਜਿਹੜੀ ਪੂਰੀ ਪ੍ਰੈਕਟਿਸ ਹੈ ਉਹ ਖਤਮ ਹੋ ਗਈ। ਰੀਡਿੰਗ ਦੇ ਨਾਲ ਨਾਲ ਜਿਹੜੀ ਇੱਕ ਕੈਪੈਸਿਟੀ ਟੂ ਰਿਫਲੈਕਟ ਐਂਡ ਟੂ ਥਿੰਕ ਕ੍ਰੀਏਟਿਵਲੀ, ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਹੁਣ ਸਾਡੇ ਬੱਚੇ ਜਿਹੜੇ ਹੈ ਉਹ ਪੇਜ ਟੂ ਪੇਜ, ਪਹਿਲੇ ਤਾਂ ਚਲੋ ਕਿਤਾਬ ਪੜ੍ਹਦੇ, ਸਨਿਫ ਵੀ ਕਰੋ ਕਿਤਾਬ ਨੂੰ ਤਾਂ ਇੱਕ ਫੀਲਿੰਗ ਆਉਂਦੀ ਹੈ। ਅਸੀਂ ਕਾਲਜ ਵਿੱਚ ਹੁੰਦੇ ਸੀ, ਕੋਈ ਪੁੱਛਦਾ ਸੀ ਵੀ ਤੁਸੀਂ ਡਿਕਨਸ ਪੜ੍ਹਿਆ? ਅਸੀਂ ਕਹਿੰਦੇ ਸੀ ਹਾਂ ਪੜ੍ਹਿਆ ਜੀ, ਪਰ ਓਲਡ ਕਿਉਰਿਓਸਿਟੀ ਸ਼ਾਪ ਨਹੀਂ ਹਜੇ ਪੜ੍ਹਿਆ ਮੈਂ। ਤੁਹਾਨੂੰ ਡਰ ਲੱਗਦਾ ਸੀ, ਕਹਿਣ ਲੱਗਿਆ ਕਿ ਇਹ ਕਲੇਮ ਕਰਨ ਲੱਗਿਆ ਕਿ ਡਿਕਨਸ ਪੜ੍ਹਿਆ ਕਿ ਨਹੀਂ ਪੜ੍ਹਿਆ। ਇਹ ਨਹੀਂ ਕਿ ਹਾਰਡ ਟਾਈਮਸ ਤੇ ਇਹ ਪੜ੍ਹ ਕੇ ਪਿਕਵਿਕ ਪੇਪਰਸ ਪੜ੍ਹ ਕੇ ਤੁਸੀਂ ਕਲੇਮ ਕਰ ਲਓ ਕਿ ਤੁਸੀਂ ਪੜ੍ਹਿਆ। ਹੁਣ ਤੁਸੀਂ ਬੱਚੇ ਨੂੰ ਗੱਲ ਕਰੋ, ਉਹਨੂੰ ਕਹੋ ਕਿ ਤੁਸੀਂ ਕਿਤਾਬਾਂ ਪੜ੍ਹਨੀਆਂ, ਉਹ ਕਹਿੰਦੇ ਪੜ੍ਹ ਲਿੱਤੀਆਂ ਸੀ ਕਿਤਾਬਾਂ। ਪੜ੍ਹਨ ਦਾ ਮਤਲਬ ਉਹਦਾ ਕੀ ਹੈ ਕਿ ਉਹਨੇ ਕੀਵਰਡ ਭਰਿਆ ਤੇ ਉਹ ਕੀਵਰਡ ਤੋਂ ਸਾਰਾ ਉਹਨੇ ਕ੍ਰਾਸ ਕਰ ਲਿੱਤਾ। ਉਹਦੇ ਨਾਲ ਹੋਇਆ ਕੀ ਹੈ, ਬੱਚਾ ਅੱਜ ਦੇ ਦਿਨ ਪੜ੍ਹ ਕੇ ਵੀ ਅਨਪੜ੍ਹ, ਅੱਧਾ ਅਨਪੜ੍ਹ ਰਹਿ ਜਾਂਦਾ ਹੈ। ਉਹਦੀ ਵਜ੍ਹਾ ਇਹ ਹੈ ਕਿ ਉਹਦੇ ਇਸ ਟੈਕਨੋਲੋਜੀ ਨੇ ਕੀ ਕੀਤਾ ਹੈ। ਆਈ ਐਮ ਨਾਟ, ਮੈਂ ਇਹ ਨਹੀਂ ਕਹਿ ਰਿਹਾ ਤੁਹਾਡੇ ਕੋਲ ਇਹ ਜਿਹੜੇ ਐਡਲਟਿੰਗ ਹੋਣੀ ਆ ਬੱਚਿਆਂ ਦੀ, ਇਹ ਜਿਹੜੇ ਬੱਚੇ ਇਸ ਐਕਸਪੀਰੀਅੰਸ ਵਿੱਚੋਂ ਆ ਰਹੇ ਨੇ, ਜਿਹਦੇ ਬਾਰੇ ਇਹ ਦੱਸ ਰਹੇ ਨੇ ਗਲੋਬਲ ਐਜੂਕੇਸ਼ਨ ਮੋਨੀਟਰਿੰਗ ਰਿਪੋਰਟ ਕਿ ਉਹ ਬੱਚਿਆਂ ਨੂੰ ਮੰਦਬੁੱਧੀ ਕਰ ਰਹੀ ਹੈ, ਇਹ ਬੱਚੇ ਤੁਹਾਡੇ ਕੋਲ ਆ ਵੀ ਰਹੇ ਨੇ, ਅੱਗੋਂ ਵੀ ਇਹਨਾਂ ਬੱਚਿਆਂ ਨੇ ਆਣਾ। ਡੂ ਯੂ ਸੀ ਦੋਜ਼ ਇਫੈਕਟ? ਕੀ ਤੁਹਾਨੂੰ ਉਹ ਅਸਰਾਤ ਉਹਨਾਂ ਤੇ ਨਜ਼ਰ ਆਉਂਦੇ ਨੇ? ਬਿਲਕੁਲ ਅਸਰ ਆਉਂਦੇ, ਬਿਕਾਜ਼ ਤੁਹਾਨੂੰ ਮੁਸ਼ਕਲ ਆ ਰਹੀ ਹੈ ਯੂਨੀਵਰਸਿਟੀ ਲੈਵਲ ਤੇ? ਮੁਸ਼ਕਲ ਆ ਰਹੀ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਇੱਕ ਕਲਾਸਰੂਮ ਦੀ ਲਰਨਿੰਗ ਨੂੰ, ਟੀਚਿੰਗ ਨੂੰ ਇੰਨੀ ਸੀਰੀਅਸਲੀ ਲੈ ਨਹੀਂ ਰਹੇ। ਜਦੋਂ ਤੋਂ ਇਹ ਚੈਟ GPT ਬਾਰੇ ਜੋ ਸਾਰਾ ਹੈ ਉਹ ਸਾਰਾ ਉਸ ਤੇ ਚਲੇ ਜਾਂਦੇ ਆ। ਆਪਣਾ ਐਫਰਟ ਜਦੋਂ ਕਰਨਗੇ ਤਾਂ ਬੱਚੇ ਦੇ ਅੰਦਰ ਉਹ 3 ਕਿਤਾਬਾਂ ਕੰਸਲਟ ਇੱਧਰ ਉੱਧਰ ਵੀ ਕਰੂਗਾ। ਹੁਣ ਇੱਕ ਰੈਡੀਮੇਡ ਜਿਵੇਂ ਹੈਂਡਬੁੱਕ ਨਹੀਂ ਹੁੰਦੀ ਸੀ ਪਹਿਲੇ, ਗਾਈਡਾਂ, ਹੁਣ ਉਹ ਗਾਈਡਾਂ ਤੁਹਾਡੇ ਇੱਥੇ ਆ ਗਈਆਂ। ਕੁੰਜੀ ਵਾਲਾ ਕੰਮ, ਹੁਣ ਇਲੈਕਟ੍ਰੋਨਿਕ ਕੁੰਜੀ ਥੋੜੀ ਜ਼ਿਆਦਾ ਛੋਟੀ ਹੋ ਗਈ ਹੈ, ਹੋਰ ਜ਼ਿਆਦਾ ਪ੍ਰੀਸਾਈਜ਼ ਹੋ ਗਈ ਹੈ। ਤਾਂ ਉਹ ਜਿਹੜੀ ਪਾਵਰਸ ਟੂ ਰਿਫਲੈਕਟ, ਟੂ ਕ੍ਰੀਏਟਿਵਲੀ ਥਿੰਕ, ਟੂ ਕੁਐਸਚਨ, ਟੂ ਇੰਟਰੋਗੇਟ, ਇੰਟਰਲਿੰਕਿੰਗ, ਨੁਆਂਸ, ਉਹ ਸਾਰੀ ਉਹ ਕੰਪਲੈਕਸਿਟੀ ਉਹ ਸਭ ਖਤਮ ਹੋ ਰਹੀ ਹੈ। ਇਹਦਾ ਇੰਪੈਕਟ ਅੱਗੇ, ਇਹਦਾ ਇੰਪੈਕਟ ਜਿਹੜਾ ਪਊਗਾ ਅੱਗੇ ਹੁਣ ਸਾਡੇ, ਕਿਉਂਕਿ ਰਿਸਰਚ ਲੈਵਲ ਤੇ ਇੰਨਾ ਫਰਕ ਪੈ ਰਿਹਾ, ਬ੍ਰੇਕ ਲਈ ਉਠਣਾ ਪੈ ਰਿਹਾ, ਪਰ ਇਹਦਾ ਇੰਪੈਕਟ ਇਹਦੇ ਤੇ ਬੜਾ ਪਏਗਾ ਵੀ ਜਿਹੜੀ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਣਾਈ ਹੈ, ਫਿਰ ਉਹਦੇ 50,000 ਕਰੋੜ ਰੁਪਏ ਦੇ ਵਿੱਚੋਂ ਇਹਨਾਂ ਬੱਚਿਆਂ ਨੇ ਅੱਗੋਂ ਫਿਰ ਕਿਹੜੇ ਬੱਚੇ ਰਿਸਰਚ ਕਰਨ ਲਈ ਜਾਣਗੇ, ਕਿਹੜੇ ਬੱਚੇ ਉਹਨਾਂ ਰਸਤਿਆਂ ਦੇ ਉੱਤੇ ਤੁਰਨਗੇ। ਇਹਦਾ ਮਤਲਬ ਬਹੁਤ ਸਾਰੀ ਬਾਰ ਜਿਹੜੀ ਹੈ ਸਕੂਲ ਬਹੁਤ ਸਾਰੇ ਬੱਚਿਆਂ ਨੂੰ ਉਸ ਕਿਸਮ ਦਾ ਨਹੀਂ ਬਣਾਏਗਾ ਕਿ ਉਹ ਯੂਨੀਵਰਸਿਟੀ ਲੈਵਲ ਤੇ ਕੋਪ ਕਰ ਸਕਣ, ਤੇ ਇਹ ਜਿਹੜੀ ਟੈਕਨੋਲੋਜੀ ਹੈ ਉਸ ਲੈਵਲ ਤੇ ਨਹੀਂ ਲੈ ਕੇ ਜਾਏਗੀ ਕਿ ਬੱਚੇ ਰਿਸਰਚ ਵਿੱਚ ਉਸ ਤਰੀਕੇ ਨਾਲ ਜਾ ਸਕਣ। ਪਰ ਰਿਸਰਚ ਦਾ ਤੇ ਸਾਰਾ ਨਿਜ਼ਾਮ ਹੀ ਚੇਂਜ ਹੋ ਰਿਹਾ। ਇਹਦੇ ਬਾਰੇ ਅਸੀਂ ਹੋਰ ਗੱਲ ਕਰਾਂਗੇ, ਦੋਨੋਂ ਚੀਜ਼ਾਂ ਬਾਰੇ, ਸਕੂਲ ਦੇ ਵਿੱਚ ਜੋ ਹੋ ਰਿਹਾ ਤੇ ਹਾਇਰ ਲੈਵਲ ਦੇ ਉੱਤੇ ਰਿਸਰਚ ਦੇ ਨਾਲ ਜੋ ਸਰਕਾਰ ਕਰਨ ਜਾ ਰਹੀ ਹੈ। ਵੀਲ ਟਾਕ ਮੋਰ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਤਰੀਕੇ ਦੀ ਰਿਪੋਰਟ ਯੂਨਾਈਟਿਡ ਨੇਸ਼ਨਸ ਦੀ ਆਈ ਹੈ ਕਿ ਸਕੂਲਾਂ ਦੇ ਵਿੱਚ ਟੈਕਨੋਲੋਜੀ ਦਾ ਕੀ ਰੋਲ ਹੈ, ਤੇ ਤੁਹਾਨੂੰ ਆਪਣੇ ਬੱਚਿਆਂ ਨੂੰ ਜਿਹੜੇ ਸਮਾਰਟਫੋਨ ਉਹਨਾਂ ਨੂੰ ਦਿੱਤੇ ਨੇ ਉਹ ਵਾਪਸ ਲੈ ਲੈਣੇ ਚਾਹੀਦੇ ਨੇ, ਤੇ ਸਕੂਲ ਨਾਲ ਜਾ ਕੇ ਲੜਨਾ ਚਾਹੀਦਾ ਕਿ ਇਹਨਾਂ ਨੂੰ ਫਟਾਫਟ ਬੈਨ ਕਰੋ। ਘੱਟੋ ਘੱਟ ਸੰਯੁਕਤ ਰਾਸ਼ਟਰ ਦੀ ਇਹ ਰਿਪੋਰਟ ਇਹ ਜ਼ਰੂਰ ਕਹਿੰਦੀ ਹੈ। ਤੁਸੀਂ ਹੋ ਸਕਦਾ ਬੱਚਿਆਂ ਨੂੰ ਨਵਾਂ ਸਮਾਰਟਫੋਨ ਲੈਣ ਦਾ ਵਾਅਦਾ ਕੀਤਾ ਹੋਵੇ, ਉਹ ਵੱਖਰੀ ਗੱਲ ਹੈ, ਤੁਹਾਡੇ ਘਰ ਦੀ ਗੱਲ ਹੈ। ਡਾਕਟਰ ਅਕਸ਼ੇ ਕੁਮਾਰ ਜੀ, ਦੇਖੋ ਮੈਂ ਐਵੇਂ ਕਿਸੇ ਬੱਚੇ ਦਾ ਨਾ ਦਿਲ ਤੋੜ ਦਿਆਂ। ਇਹ ਦੇਖੋ ਇਹ ਕਹਿ ਰਹੇ ਨੇ
ਕਿ ਬਹੁਤ ਸਾਰੇ ਕੰਟਰੀਜ਼ ਨੇ ਇਹਦੇ ਨਾਲ ਮੱਥਾਪੱਚੀ ਕੀਤੀ ਹੈ। ਬੈਲਜੀਅਮ, ਸਪੇਨ, ਇੰਗਲੈਂਡ ਨੇ ਸਮਾਰਟਫੋਨ ਨੂੰ ਸਕੂਲਾਂ ਦੇ ਵਿੱਚੋਂ ਪੂਰੀ ਤਰੀਕੇ ਨਾਲ ਬੈਨ ਕਰ ਦਿੱਤਾ ਹੋਇਆ। ਇਟਲੀ ਤੇ ਨੀਦਰਲੈਂਡ ਨੇ ਫਰਾਂਸ ਨੇ ਬੈਨ ਕਰ ਦਿੱਤਾ ਹੋਇਆ। ਫਰਾਂਸ ਨੇ ਵੀ ਬੈਨ ਕਰਤਾ। ਸਮਾਰਟ ਨੇ ਕਿਹਾ, ਫਰਾਂਸ ਨੇ ਕਿਹਾ ਕਿ ਅਨਲੈਸ ਸਿਰਫ ਪੈਡਾਗੋਜੀਕਲ ਯੂਜ਼ ਹੋਵੇ ਉਹਦੀ ਜਾਂ ਬੱਚਾ ਡਿਸੇਬਿਲਿਟੀਜ਼ ਦੇ ਨਾਲ ਵਾਬਸਤਾ ਹੋਵੇ, ਕੋਈ ਉਸ ਨੂੰ ਇਹੋ ਜਿਹੀ ਐਫਲਿਕਸ਼ਨ ਹੋਵੇ ਤਾਂ ਉਹ ਸਮਾਰਟਫੋਨ ਯੂਜ਼ ਕਰ ਸਕਦਾ, ਅਦਰਵਾਈਜ਼ ਉਹ ਨਹੀਂ ਕਰ ਸਕਦਾ। ਬਹੁਤ ਸਾਰੇ ਹੋਰ ਕੰਟਰੀ ਨੇ। ਮੈਂ ਆਈ ਵਾਸ ਸਰਪ੍ਰਾਈਜ਼ਡ ਕਿ ਬੰਗਲਾਦੇਸ਼ ਤੇ ਸਿੰਗਾਪੁਰ, ਮਤਲਬ ਇਹ ਦੋ ਵੱਖ-ਵੱਖ ਐਂਡ ਦੇ ਉੱਤੇ ਅਸੀਂ ਇਹਨਾਂ ਦੋ ਕੰਟਰੀਜ਼ ਨੂੰ ਦੇਖਦੇ ਹਾਂ, ਉਹਨਾਂ ਨੇ ਵੀ ਬੈਨ ਕਰ ਦਿੱਤਾ ਹੋਇਆ। ਤੇ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਜੰਮ ਕੇ ਸਮਾਰਟਫੋਨ ਵੰਡ ਰਹੀਆਂ ਨੇ, ਕਿਉਂਕਿ ਇੱਕ ਆਮ ਸਮਝ ਇਹ ਬਣ ਗਈ ਹੈ। ਔਰ ਇਹਦੇ ਵਿੱਚ ਬਹੁਤ ਵੱਡਾ ਰੋਲ ਕੋਵਿਡ ਦਾ ਵੀ ਰਿਹਾ, ਕਿਉਂਕਿ ਕੋਵਿਡ ਨੇ ਉਸ ਵੇਲੇ ਤੱਕ ਦਿੱਤਾ ਲੋਕਾਂ ਨੂੰ ਕਿ ਤੁਸੀਂ ਇਸ, ਸਾਡੀ ਮਜਬੂਰੀ ਸੀ, ਬੱਚੇ ਆਫਟਰ ਆਲ ਕਰਦੇ ਵੀ ਕੀ। ਉਹ ਤੁਹਾਨੂੰ ਲੱਗਦਾ ਉਹ ਅਨਲਰਨ ਕਰਨਾ ਇੱਕ ਮੁਸ਼ਕਿਲ ਕੰਮ ਸੀ ਕਿ ਸਰਕਾਰਾਂ ਇਹ ਡਾਇਲੌਗ ਲੋਕਾਂ ਦੇ ਨਾਲ ਖੋਲ ਸਕਦੀਆਂ ਨੇ। ਮਤਲਬ ਇਟ ਹੈਜ਼ ਟੂ ਕਮ ਫਰੋਮ ਦਾ ਪੋਲੀਟੀਸ਼ੀਅਨ। ਜਦੋਂ ਪੋਲੀਟੀਸ਼ੀਅਨ ਨੇ ਨੈਗੋਸ਼ੀਏਸ਼ਨ ਆਮ ਲੋਕਾਂ ਨਾਲ ਖੋਲੇ ਕਿ ਇੱਕ ਸਮਾਂ ਸੀ, ਇਸ ਕਾਰਨ ਅਸੀਂ ਉਹਦੇ 'ਚ ਗਏ, ਹੁਣ ਸਾਨੂੰ ਇਹਨੂੰ ਅਨਲਰਨ ਕਰਨਾ ਪਏਗਾ, ਅਸੀਂ ਉਹ ਕਿਤੇ ਬਹਿਸ ਵੀ ਨਹੀਂ ਦੇਖ ਰਹੇ ਹਾਂ। ਦੇਖੋ ਜੋ ਇਹ ਜੋ ਬੈਨ ਕਰਨ ਵਾਲੀ ਗੱਲ ਹੈ, ਹਿੰਦੁਸਤਾਨ ਦੇ ਅੰਦਰ ਕੀ ਹੈ ਜੀ, ਸਮਾਰਟਫੋਨ ਇਸ ਲਈ ਨਹੀਂ ਵੰਡੇ ਜਾ ਰਹੇ ਕਿ ਉਹ ਟੂਲ ਹੈ ਜਾਂ ਉਹਦੇ ਅੰਦਰ ਐਜੂਕੇਸ਼ਨ ਨੂੰ ਕੋਈ ਨੁਕਸਾਨ ਹੋ ਰਿਹਾ ਹੈ। ਉਹ ਸਮਾਰਟਫੋਨ ਵੰਡਣਾ ਇਸ ਲਈ ਉਸ ਤਰ੍ਹਾਂ ਹੀ ਜਿਵੇਂ ਸਕੂਟੀ ਵੰਡਣਾ ਹੈ। ਉਹ ਉਹਨਾਂ ਲਈ ਅੱਜ ਕੱਲ੍ਹ ਇੱਕ ਸਟੇਟਮੈਂਟ ਹੈ, ਸਮਾਰਟਫੋਨ ਦੇਤਾ ਬੱਚਾ। ਉਹਨਾਂ ਨੇ ਕੈਲਕੂਲੇਸ਼ਨ ਕੀਤੀ ਹੋਣੀ ਹੈ ਵੀ ਇੱਕ ਸਮਾਰਟਫੋਨ ਇੱਕ ਘਰ 'ਚ ਦੇ ਕੇ ਕਿੰਨੀਆਂ ਵੋਟਾਂ ਆਉਂਦੀਆਂ ਨੇ। ਉਹ ਇੱਕ ਉਹਦੀ ਕੈਲਕੂਲੇਸ਼ਨਸ ਹੈਗੀਆਂ। ਇਹ ਬਹੁਤ ਕੁਝ ਟੈਕਨੋਲੋਜੀ ਦੇ ਨਾਲ ਕੈਲਕੂਲੇਸ਼ਨ ਕਰ ਰਹੇ ਨੇ ਵੀ ਇਹ ਜਿੱਦਾਂ ਦੇ ਡਿਬੇਟ ਕਰ ਰਹੇ ਨੇ, ਇਹ ਸਮਾਰਟਫੋਨ ਖੋ ਕੇ ਕਿੰਨੀਆਂ ਵੋਟਾਂ ਆਣਗੀਆਂ, ਬੈਨ ਲਾ ਕੇ ਵੋਟਾਂ ਆਣਗੀਆਂ। ਸਕੂਲ ਡਿਸਟ੍ਰਿਕਟਸ ਅਮਰੀਕਾ ਦੇ ਵਿੱਚ ਇਹਦੇ ਲਈ ਲੜ ਰਹੇ ਨੇ ਕਿ ਸਮਾਰਟਫੋਨ ਬੈਨ ਕੀਤੇ ਜਾਣ, ਪੇਰੈਂਟਸ ਦੀਆਂ ਆਰਗੇਨਾਈਜੇਸ਼ਨਸ ਜਾ ਕੇ ਲੜ ਰਹੀਆਂ ਨੇ। ਇਹ ਜੋ ਬੈਨਿੰਗ, ਮੈਂ ਦੇਖੋ ਜਿੰਨੀਆਂ ਵੀ ਅੱਜ ਤੱਕ ਕੋਸ਼ਿਸ਼ਾਂ ਕੀਤੀਆਂ ਗਈਆਂ, ਇਹ ਵੰਡਨ ਤੱਕ ਤਾਂ ਠੀਕ ਹੈ। ਕੰਟਰੀ ਵਾਈਡ ਕਲਾਸਰੂਮ ਸ਼ੁਰੂ ਕੀਤਾ, ਦੁਨੀਆ ਜ਼ਿਆਦਾ ਇਨਫਰਾਸਟ੍ਰਕਚਰ ਕਾਲਜਾਂ ਯੂਨੀਵਰਸਿਟੀਆਂ 'ਚ ਪਾਤੀ, ਇੱਕ ਨਹੀਂ ਚੱਲਿਆ। ਇਹ ਸਮਾਰਟ ਕਲਾਸਰੂਮ ਜਿਹੜੇ ਦੇ ਰਹੇ ਟੈਲੀ, ਇਹ ਆਰ ਦੇ ਐਕਚੁਅਲੀ ਗੋਇੰਗ ਟੂ ਦੀ ਕਲਾਸਰੂਮ, ਮੈਨੂੰ ਇਸ 'ਤੇ ਪੂਰਾ ਡਾਊਟ ਹੈ। ਇਹ ਕੋਈ ਲੈਪਟਾਪ ਜਿਹੜੇ ਹੈ ਇਹ ਫੰਕਸ਼ਨਲ ਨਹੀਂ ਹੈਗੇ ਅੱਧੇ ਤੋਂ ਜ਼ਿਆਦਾ। ਅੱਛਾ, ਉਹ ਤਾਂ ਇੱਕ ਵੱਖਰੀ ਗੱਲ ਹੈ ਕਿ ਉਸ ਪਰਪਸ ਲਈ ਯੂਜ਼ ਵੀ ਹੋ ਰਹੇ ਨੇ ਕਿ ਨਹੀਂ, ਉਸ ਪਰਪਸ ਲਈ ਉਹ ਦੂਜੀ ਗੱਲ ਜਿਹੜੀ ਬੈਨ ਕਰਨ ਵਾਲੀ ਗੱਲ ਹੈ, ਮੈਂ ਇਸ ਇੱਕ ਗੱਲ ਤੇ ਕਹਿ ਰਿਹਾ ਕਿ ਬੈਨ ਕਰਨ ਦੇ ਮੈਂ ਕਹਿ ਰਿਹਾ ਕਿ ਇੱਕ ਡਿਸਕ੍ਰੀਟ ਇਸਤੇਮਾਲ ਹੋਣਾ ਚਾਹੀਦਾ, ਜਿਵੇਂ ਹਾਇਰ ਐਜੂਕੇਸ਼ਨ ਦੇ ਖਾਸ ਲੈਵਲ ਤੇ ਤੁਸੀਂ ਬੈਨ ਕਰਨਾ, ਉਹਨੂੰ ਇੱਕ ਵਿੰਡੋ ਤੋਂ ਮਹਿਰੂਮ ਵੀ ਕਰਨਾ ਹੈ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਆਫਟਰ ਆਲ ਉਸ ਦੇ ਅੰਦਰ ਕੁਝ ਉਹਦੀ ਬਿਲਕੁਲ, ਔਰ ਦੇਖਦਾ ਕਿ ਸਾਰੀ ਦੁਨੀਆ ਵਰਤ ਰਹੀ ਹੈ। ਹਾਂ ਬਿਲਕੁਲ, ਸਕੂਲ ਲੈਵਲ ਤੇ ਮੈਂ ਸਮਝਦਾ ਇੱਕ ਸਟੈਚੂਟਰੀ ਉਹਦੀ ਹੈਗੀ ਲਿਮਿਟ। ਇਹਦਾ ਕੁਝ ਰਸਤਾ ਕੱਢਿਆ ਡਾਕਟਰ ਪੁਰੀ। ਇਹਨਾਂ ਕੁਝ ਕੰਟਰੀਜ਼ ਨੇ, ਡੈਨਮਾਰਕ ਤੇ ਫਰਾਂਸ ਨੇ ਸਪੈਸੀਫਿਕ ਐਪਸ ਨੂੰ ਬੈਨ ਕੀਤਾ। ਉਹਨਾਂ ਨੇ ਗੂਗਲ ਵਰਕ ਸਪੇਸ ਨੂੰ ਬੈਨ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਕੋਲੈਬੋਰੇਸ਼ਨ ਆਪਸ ਦੇ ਵਿੱਚ ਉਹਨਾਂ ਨੂੰ ਦਰਅਸਲ ਸਿੱਖਣ ਤੋਂ ਰੋਕ ਰਹੀ ਸੀ। ਜਰਮਨੀ ਨੇ ਮਾਈਕਰੋਸਾਫਟ ਦੇ ਕੁਝ ਪ੍ਰੋਡਕਟਸ ਨੂੰ ਕੁਝ ਸਟੇਟਸ ਵਿੱਚ ਬੈਨ ਕੀਤਾ। US ਨੇ ਟਿਕਟੌਕ ਬੈਨ ਕੀਤੀ ਆ। ਉਹਨਾਂ ਨੇ ਇਹ ਅਧਿਕਾਰ ਸਕੂਲ ਡਿਸਟ੍ਰਿਕਟਸ ਨੂੰ ਦੇ ਦਿੱਤਾ ਤਾਂ ਕਿ ਆਪਣੇ ਇਲਾਕੇ ਦੇ ਵਿੱਚ ਸਕੂਲ ਡਿਸਟ੍ਰਿਕਟ ਇਹ ਦੇਖੇ ਕਿ ਮੇਰੇ ਕੋਲ ਕਿਸ ਕਿਸਮ ਦੇ ਬੱਚੇ ਆਉਂਦੇ ਨੇ, ਕਿਸ ਕਿਸਮ ਦੇ ਪਰਿਵਾਰਾਂ 'ਚੋਂ ਆਉਂਦੇ ਨੇ, ਟੈਕਨੋਲੋਜੀ ਦੇ ਨਾਲ ਉਹ ਵਬਸਤਗੀ ਉਹਨਾਂ ਦੀ ਕਿੱਦਾਂ ਦੀ ਹੈ, ਰਾਬਤਾ ਕਿਸ ਤਰ੍ਹਾਂ ਦਾ ਹੈ। ਇਹ ਬੱਚੇ ਟੈਕਨੋਲੋਜੀ ਨੂੰ ਯੂਜ਼ ਕਰਕੇ ਸਮਾਰਟ ਬਣਨਗੇ ਕਿ ਟੈਕਨੋਲੋਜੀ ਦੇ ਮੁਰੀਦ ਹੋ ਜਾਣਗੇ, ਉਹਦੀ ਗਿਰਫਤ ਵਿੱਚ ਆ ਕੇ ਮੰਦਬੁੱਧੀ ਰਹਿ ਜਾਣਗੇ। ਸਾਡੇ ਇਸ ਕਿਸਮ ਦੀ ਜਿਹੜੀ ਬਹਿਸ ਦੀ ਜਿਹੜੀ ਐਬਸੈਂਸ ਹੈ, ਮਤਲਬ ਇਹ ਆਪਾਂ ਗਲੋਬਲ ਜਿਹੜੀ ਐਜੂਕੇਸ਼ਨ ਮੋਨੀਟਰਿੰਗ ਜੈਮ ਰਿਪੋਰਟ ਆਈ ਹੈ ਇੰਨੀ ਵੱਡੀ, ਇਹਦੇ ਬਾਰੇ ਮੈਂ ਤਾਂ ਕੋਈ ਕੰਟਰੀ ਵਾਈਡ ਕੋਈ ਡਿਬੇਟ ਨਹੀਂ ਸੁਣੇ, ਬਹੁਤ ਖਬਰਾਂ ਨਹੀਂ ਲੱਗੀਆਂ। ਦਰਅਸਲ ਅਜੇ ਇਹਨੇ ਅਵਤਾਰ ਲਿਆ ਹੀ ਲਿਆ ਹੈ, ਇਸ ਕਰਕੇ ਥੋੜੀ ਦੇਰ ਜੇ ਪਿਕਅਪ ਕਰੇਗੀ, ਕਿਉਂਕਿ 27 ਤਰੀਕ ਨੂੰ ਹੀ ਰਿਲੀਜ਼ ਹੋਈ ਹੈ। 27 ਨੂੰ ਰਿਲੀਜ਼ ਹੋਈ ਹੈ ਤੇ 400 ਜਿਹੜਾ ਮੀਡੀਆ ਲੱਭਦਾ ਫਿਰਦਾ ਹੁੰਦਾ ਬੈਟਰੀਆਂ ਮਾਰ ਕੇ ਸਟੋਰੀ ਵੀ ਕੋਈ ਲੱਭ ਜੇ ਕਹਾਣੀ ਲੋਕਾਂ ਨੂੰ ਦੱਸਣ ਲਈ। ਨਹੀਂ, ਫਿਰ ਇੱਕ ਗੱਲ, ਇੱਕ ਦੇਸ਼ ਦੀਆਂ ਵੱਡੀਆਂ ਅਖਬਾਰਾਂ ਨੇ, ਦੁਨੀਆ ਦੀਆਂ ਵੱਡੀਆਂ ਅਖਬਾਰਾਂ ਨੇ, ਗਾਰਡੀਅਨ, ਨਿਊਯਾਰਕ ਟਾਈਮਸ ਪਬਲਿਸ਼ ਕਰ ਸਕਦੇ ਆ, ਦਾ ਹਿੰਦੂ ਨੇ ਸਾਡੇ ਇੱਥੇ ਵੱਡੀ ਰਿਪੋਰਟ ਪਬਲਿਸ਼ ਕੀਤੀ ਹੈ। ਵਾਈ ਇਜ਼ ਇਟ ਨਾਟ ਬੀਇੰਗ ਟਾਕਡ ਅਬਾਊਟ? ਦੇਖੋ ਮੈਂ ਨਾ ਇੱਕ ਜਿਹੜੀ ਡਾਕਟਰ ਸਾਹਿਬ ਨੇ ਉਹਨੇ ਗੱਲ ਕਹੀ, ਬਿਲਕੁਲ ਮੈਂ ਨਾਲ ਸਹਿਮਤ ਹਾਂ। ਇੱਕ ਇਹ ਵੀ ਥਿੰਕਿੰਗ ਚੱਲ ਰਹੀ ਹੈ ਕਿ ਤੁਸੀਂ ਟੈਕਨੋਲੋਜੀ ਜਿਹੜੀ ਟੈਕਨੋਲੋਜੀ ਦੇ ਨਾਲ ਬੱਚਿਆਂ ਨੂੰ ਇੰਗੇਜ ਕਰਨ ਦਿਓ ਔਰ ਉਹਨਾਂ ਨੂੰ ਕ੍ਰਿਟੀਕਲੀ ਰਿਫਲੈਕਟ ਕਰਨ ਦਿਓ ਇਹਦੇ ਉੱਪਰ, ਅੰਡਰਸਟੈਂਡ ਕਰਨ ਦਿਓ ਬੱਚੇ ਆਪਣੇ ਆਪ ਹੀ ਥੋੜਾ ਟੈਕਸਟ ਕਿੰਨਾ ਕਿ ਸਾਨੂੰ ਫਾਇਦਾ, ਕਿੰਨਾ ਕਿ ਨਹੀਂ ਹੈ। ਤੇ ਇੱਕ ਤਾਂ ਇਹ ਗੱਲ, ਦੂਸਰੀ ਨਾ ਹਾਇਰ ਐਜੂਕੇਸ਼ਨ ਦੇ ਕੰਟੈਕਸਟ ਵਿੱਚ ਬਿਲਕੁਲ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਸੀਗਾ ਕਿ ਅੱਜ-ਕੱਲ੍ਹ ਅਸੀਂ ਸਾਡੇ ਇੱਕ ਪ੍ਰੋਬਲਮ ਹੈ ਕਿ ਆਪਾਂ ਨਾ ਫੈਸ਼ਨ ਪ੍ਰਸਤ ਬਹੁਤ ਹਾਂ। ਤੇ ਅੱਜ-ਕੱਲ੍ਹ ਫੈਸ਼ਨ ਜਿਹੜਾ ਨਾ ਉਹ ਮੂਕਸ ਦਾ ਹੈ, ਮੈਸਿਵ ਆਨਲਾਈਨ ਕੋਰਸਿਸ ਫ੍ਰੀ, ਔਰ ਉਹ ਅੱਜ-ਕੱਲ੍ਹ ਇਹ ਮਤਲਬ ਫੈਸ਼ਨ ਸਟੇਟਮੈਂਟ ਬਣ ਗਿਆ ਹੋਇਆ। ਇਹਦੇ ਹੋਰ ਰੀਜ਼ਨ ਨੇ, ਪਰ ਮੂਕ ਬਾਰੇ ਵੀ ਕਮੈਂਟ ਇਹਦੇ ਬਾਰੇ, ਮੂਕਸ ਬਾਰੇ ਇਹ ਰਿਪੋਰਟ ਕਹਿੰਦੀ ਹੈ ਜੈਮ ਕਿ ਹੈਜਮੋਨੀ ਹੈ ਕੁਝ ਕੰਟਰੀਜ਼ ਦੀ,
90% ਜਿਹੜਾ ਆਨਲਾਈਨ ਦੇ ਉੱਪਰ ਜਿਹੜਾ ਕੰਟੈਂਟ ਹੈ ਉਹ ਹਾਇਰ ਉਹ ਯੂਰਪ ਇੰਗਲੈਂਡ ਅਮਰੀਕਾ ਇਹਨਾਂ ਤੋਂ ਆਉਂਦਾ ਤੇ ਹੈਵੀ ਅੰਗਰੇਜ਼ੀ ਵਿੱਚ, ਉਹ ਹੈਵੀ ਅੰਗਰੇਜ਼ੀ ਵਿੱਚ ਹੈ। ਇੱਕ ਤੇ ਇਹ ਹੈਜਮਨੀ ਹੈ ਜੀ। ਦੂਸਰਾ ਉਹ ਇਹ ਕਹਿੰਦੇ ਕਿ ਵੀ ਇਹ ਜਿਹੜੀ ਇਹ ਡਿਜੀਟਲ ਟੈਕਨੋਲੋਜੀ ਹੈ ਇਹ ਯੂਨੀਵਰਸਿਟੀਜ਼ ਦੇ ਲਈ ਔਰ ਉਹਦੇ ਲਈ ਇੱਕ ਨਾ ਨੈਤਿਕ ਜਿਹੜੀ ਚੁਣੌਤੀ ਹੈ ਉਹ ਵੀ ਪੈਦਾ ਕਰ ਰਹੀ ਹੈ ਕਿ ਜਿੰਨੀ ਉਹ ਫੀ, ਜਿੰਨੀ ਲਾਇਸੈਂਸ ਫੀ ਯੂਨੀਵਰਸਿਟੀਆਂ ਇਹਨਾਂ ਕੰਪਨੀਆਂ ਨੂੰ ਦੇ ਰਹੀਆਂ ਨੇ ਜੀ, ਔਰ ਦੂਸਰਾ ਕਿ ਸਟੂਡੈਂਟਸ ਦਾ ਔਰ ਜਿਹੜੇ ਲੋਕ ਨੇ ਪਰਸਨਲ ਜਿਹੜੇ ਕੰਮ ਕਰ ਰਹੇ ਟੀਚਰਸ ਇਹ ਉਹਨਾਂ ਜਿਹੜਾ ਪਰਸਨਲ ਡਾਟਾ ਹੈ ਉਹਦੀ ਪ੍ਰਾਈਵੇਸੀ ਜਿਹੜੀ ਡਾਟਾ ਪ੍ਰਾਈਵੇਸੀ ਦੇ ਕੰਸਰਨਸ ਦਾ ਕੋਈ ਸੋਚ ਨਹੀਂ ਰਿਹਾ, ਕਿਤੇ ਰਿਸਕ ਵਿੱਚ ਪਾ ਰਹੇ ਨੇ। ਮੈਂ ਪੜ੍ਹ ਰਿਹਾ ਸੀ ਉਹਨਾਂ ਨੇ ਰਿਪੋਰਟ ਨੇ ਲਿਖਿਆ ਕਿ ਸ਼ੁਰੂ ਦੇ ਸਾਲਾਂ ਦੇ ਵਿੱਚ ਤਾਂ ਜਿਹੜੀ ਇਹ ਐਡਟੈਕ ਪੂਰਾ ਨਿਜ਼ਾਮ ਹੈ ਐਜੂਕੇਸ਼ਨ ਟੈਕਨੋਲੋਜੀ ਦਾ, ਉਹਨਾਂ ਨੇ ਉਹ ਸਾਰੇ ਬੱਚੇ ਜਿਨ੍ਹਾਂ ਨੂੰ ਜਿਹੜੇ ਫੋਨ ਯੂਜ਼ ਕਰ ਰਹੇ ਸੀ ਸਭ ਦਾ ਡਾਟਾ ਉਹ ਇਕੱਠਾ ਕਰ ਰਹੇ ਸਨ ਤੇ ਇਹ ਕੰਪਲੀਟਲੀ ਡਾਟਾ ਇਨਵੇਜਨ ਸੀ, ਪ੍ਰਾਈਵੇਸੀ ਇਨਵੇਜਨ ਸੀ ਤੇ ਵੱਡੀਆਂ ਕੰਪਨੀਆਂ ਇਹਦੇ ਵਿੱਚ ਇੰਡਲਜ ਕਰ ਰਹੇ ਸਨ। ਇਸ ਰਿਪੋਰਟ ਨੇ ਬਹੁਤ ਸਾਰਾ ਜ਼ਿਕਰ ਕੀਤਾ। ਤੁਸੀਂ ਆਪ ਇਨਫੈਕਟ ਦਰਸ਼ਕ ਗਲੋਬਲ ਐਜੂਕੇਸ਼ਨ ਮੋਨੀਟਰਿੰਗ ਰਿਪੋਰਟ 2023 ਲਿਖ ਕੇ ਰਿਪੋਰਟ ਵੀ ਡਾਊਨਲੋਡ ਕਰ ਸਕਦੇ ਹੋ। ਮੇਰੇ ਕੋਲ 450-500 ਪੇਜਾਂ ਦੀ ਹੈ ਰਿਪੋਰਟ, 400 ਕੁਝ ਪੇਜਾਂ ਦੀ ਹੈ, ਉਹਦੀ ਸਮਰੀ ਹੈ, ਲਗਭਗ 35-40 ਪੇਜਾਂ ਦੀ ਉਹਦੀ ਸਮਰੀ ਹੈ, ਉਸ ਨੂੰ ਡਾਊਨਲੋਡ ਕਰ ਸਕਦੇ ਹੋ, ਉਸ ਨੂੰ ਸਕੂਲਾਂ ਵਿੱਚ ਪੜ੍ਹ ਸਕਦੇ ਹੋ, ਆਪਣੇ ਸਕੂਲ ਦੇ ਅਧਿਆਪਕਾਂ ਦੇ ਨਾਲ, ਕਾਲਜ ਜਾਂ ਸਕੂਲ ਐਡਮਿਨਿਸਟ੍ਰੇਸ਼ਨਸ ਆਪਸ ਵਿੱਚ ਡਿਸਕਸ ਕਰ ਸਕਦੇ ਹੋ। ਇਹ ਆਪਣੇ ਲੈਵਲ ਦੇ ਉੱਤੇ ਡਿਸਕਸ ਕਰਨ ਵਾਲੀਆਂ ਗੱਲਾਂ ਨੇ। ਅਕਸ਼ੇ ਜੀ, ਆਈ ਨੀਡ ਟੂ ਮੂਵ ਟੂ ਦਾ ਨੈਸ਼ਨਲ ਰਿਸਰਚ ਫਾਊਂਡੇਸ਼ਨ, ਮੈਨੂੰ ਇਹਦੇ 'ਚ ਬੜਾ ਇੰਟਰਸਟ ਹੈ। 50,000 ਕਰੋੜ ਸੁਣ ਕੇ ਤਾਂ ਵੈਸੇ ਹੀ ਕੰਨ ਖੜੇ ਹੋ ਜਾਂਦੇ ਨੇ। ਇਹ ਮਤਲਬ ਹੁਣ ਸਾਰੀ ਰਿਸਰਚ ਉਹ ਕਹਿੰਦੇ ਨੇ ਵੀ ਐਵੇਂ ਹੀ ਕਾਲਜ ਤੇ ਯੂਨੀਵਰਸਿਟੀਆਂ ਬੱਚਿਆਂ ਨੂੰ ਪੜ੍ਹਾਈ ਜਾ ਰਹੇ ਸੀ। ਰਿਸਰਚ ਤੁਸੀਂ ਕਰਾਉਂਦੇ ਹੋ ICAR ਤੋਂ, ICHR ਤੋਂ, IIMs, IITs, ਇਹ ਰਿਸਰਚ ਕਰਦੀਆਂ ਨੇ। ਤੁਸੀਂ ਰਿਸਰਚ ਤੇ ਪੜ੍ਹਾਈ ਦੇ ਵਿਚਕਾਰ ਇੱਕ ਲਕੀਰ ਬਣਾਈ ਸੀ, ਅਸੀਂ ਸਭ ਹਟਾ ਦਿੱਤੀ ਹੈ, ਸਭ ਕਾਲਜਸ ਨੂੰ, ਸਭ ਯੂਨੀਵਰਸਿਟੀਜ਼ ਨੂੰ ਇਨਵੋਲਵ ਕਰਾਂਗੇ ਤੇ 5 ਸਾਲਾਂ 'ਚ 50,000 ਕਰੋੜ ਰੁਪਇਆ। ਅਜੇ ਕਿ ਸਰਕਾਰ ਨੇ ਕਿਹਾ ਵੀ 14,000 ਕਰੋੜ ਅਸੀਂ ਦਿਆਂਗੇ, ਸੋ ਬਾਕੀ ਦਾ 36,000 ਕਰੋੜ 70% ਪ੍ਰਾਈਵੇਟ ਸੈਕਟਰ ਤੋਂ ਆਏਗਾ। ਸਾਨੂੰ ਤੇ ਝੱਟ ਸ਼ੱਕ ਪੈ ਜਾਂਦਾ ਹੈ ਕਿ ਵੀ ਆਈ ਐਮ ਅ ਬੌਰਨ ਸਿਨਿਕ ਕਿ ਜੇ 70% ਪੈਸਾ ਪ੍ਰਾਈਵੇਟ ਸੈਕਟਰ ਤੋਂ ਆਏਗਾ ਤਾਂ ਫਿਰ ਰਿਸਰਚ ਕਿਹਦੇ ਕਹਿਣ ਤੇ ਹੋਏਗੀ। ਹੁਣੇ ਦੱਸ ਰਹੇ ਸੀ ਤੁਸੀਂ ਕੀ ਕਿਹਾ, ਰਿਸਰਚ ਦਾ ਜਿਹੜਾ ਟਾਈਟਲ ਹੈ ਅ ਟੂਲ ਔਨ ਹੂਜ਼ ਟਰਮਸ, ਤੇ ਜੀ ਰਿਸਰਚ ਔਨ ਹੂਜ਼ ਟਰਮਸ। ਦੇਖੋ ਇਹਦੇ ਅੰਦਰ ਦੋ ਗੱਲਾਂ, ਇੱਕ ਤਾਂ ਤੁਸੀਂ ਫਾਈਨੈਂਸ਼ੀਅਲ ਜਿਹੜੇ ਐਸਪੈਕਟ, ਸਭ ਤੋਂ ਵੱਡਾ ਇਹਦੇ ਅੰਦਰ ਖਤਰਾ ਜਿਹੜਾ ਕੀ ਹੈ ਨਾ ਕਿ ਜਿਹੜੀ ਟੈਂਡੈਂਸੀ ਹੈ ਨਿਊ ਐਜੂਕੇਸ਼ਨ ਪਾਲਿਸੀ ਤੋਂ ਲੈ ਕੇ ਇਸ ਫਾਊਂਡੇਸ਼ਨ ਜੋ ਬਣਾਇਆ, ਬਲਕਿ ਨਿਊ ਐਜੂਕੇਸ਼ਨ ਪਾਲਿਸੀ ਦਾ ਪਾਰਟੀ ਹੈ, ਉਹਦੀ ਇੱਕ ਆਫਸ਼ੂਟ ਹੈਗੀ, ਇੱਕ ਆਫਸ਼ੂਟ ਹੈ ਸੈਂਟਰਲਾਈਜੇਸ਼ਨ ਆਫ ਆਲ ਨੌਲੇਜ ਐਕਟੀਵਿਟੀ। ਇਹ ਜਿਹੜਾ ਹੈ ਨਾ ਕਿ ਅਸੀਂ ਹਰ ਚੀਜ਼ ਨੂੰ ਇੱਕ ਅੰਬ੍ਰੇਲਾ ਇੱਕ ਖੜਾ ਕਰ ਦਾਂਗੇ, ਇੱਕ ਸਿੰਗਲ ਛਤਰੀ। ਇਹ ਆਪਾਂ ਕਰ ਲਈਏ ਸ਼ੇਅਰ ਦਰਸ਼ਕਾਂ ਦੇ ਨਾਲ ਕਿ ਇਹ ਜਿਹੜੀ ਨੈਸ਼ਨਲ ਰਿਸਰਚ ਫਾਊਂਡੇਸ਼ਨ ਹੋਏਗੀ ਇਹਦੇ ਚੇਅਰਪਰਸਨ ਮੁਖੀ ਜਿਹੜੇ ਨੇ ਪ੍ਰੈਜ਼ੀਡੈਂਟ ਹੀ ਬਲਕਿ ਉਹਨਾਂ ਨੇ ਵਰਡ ਯੂਜ਼ ਕੀਤਾ, ਉਹ ਪ੍ਰਧਾਨ ਮੰਤਰੀ ਆਪ ਹੋਣਗੇ। तो श्री नरेंद्र मोदी जी देश ਦੇ ਵਿੱਚ ਹੋਣ ਵਾਲੀ ਸਾਰੀ ਰਿਸਰਚ ਨੂੰ ਨਿਜ਼ਾਮ ਨੂੰ ਸਾਂਭਣ ਵਾਲੀ ਜਿਹੜੀ ਹੁਣ ਸੰਸਥਾ ਬਣੀ ਹੈ ਉਸ ਦੇ ਮੁਖੀ ਹੋਣਗੇ। ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰ ਤੇ ਦੇਸ਼ ਦੇ ਐਜੂਕੇਸ਼ਨ ਮਿਨਿਸਟਰ ਉਹ ਉਸ ਦੇ ਵਾਈਸ ਪ੍ਰੈਜ਼ੀਡੈਂਟ ਹੋਣਗੇ, ਉਪ ਮੁਖੀ ਹੋਣਗੇ। ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਪ੍ਰਿੰਸੀਪਲ ਸਾਇੰਟੀਫਿਕ ਐਡਵਾਈਜ਼ਰ ਹੋਵੇਗਾ ਉਹ ਐਗਜ਼ੈਕਟਿਵ ਕਾਉਂਸਲ ਦਾ ਚੇਅਰਪਰਸਨ ਹੋਵੇਗਾ। ਇਹਦਾ ਮਤਲਬ ਹੈ ਕਨਵੀਨਿੰਗ ਅਥਾਰਟੀ ਉਹੀ ਹੋਏਗਾ, ਰਿਸਰਚ ਸਾਰੀ ਉਹੀ ਚਲਾਏਗਾ। ਸੋ ਬੇਸਿਕਲੀ ਸਾਰੀ ਰਿਸਰਚ ਸਰਕਾਰ ਦੇ ਅੰਡਰ ਆ ਗਈ ਹੈ। ਮੈਂ ਇਹ ਜੋ ਸਭ ਤੋਂ ਵੱਡਾ ਮੈਨੂੰ ਜੋ ਲੱਗ ਰਿਹਾ ਪ੍ਰੋਬਲਮ ਇਹ ਹੈ ਕਿ ਰਿਸਰਚ ਜੋ ਹੈ ਉਹਦੇ ਕੋਈ ਲੋਕਲ ਇੰਪੈਰੇਟਿਵਸ ਵੀ ਹੁੰਦੇ ਹੈ, ਫੈਡਰਲ ਸਟਰਕਚਰ ਹੈ, ਉਹਦੇ ਅੰਦਰ ਤੁਸੀਂ ਇਹਨੂੰ ਸੈਂਟਰਲਾਈਜ਼ ਕਰ ਦੇਣਾ ਉਹ ਆਪਣੇ ਆਪ 'ਚ ਮੈਨੂੰ ਬਹੁਤ ਲੱਗਦਾ ਕਿ ਉਹ ਇੱਕ ਐਂਟੀ ਰਿਸਰਚ ਇੱਕ ਇਨੀਸ਼ੀਏਟਿਵ ਹੈ। ਲੋਕ ਕਹ ਰਹੇ ਗੇਮ ਚੇਂਜਰ ਹੈ। गेम चेंजर तो हो गया, तो सेंट्रलाइज करता था गेम गेम तो चेंज हो गया, गेम चेंज हो गया, रिसर्च दी गेम इस देश ਵਿੱਚ ਚੇਂਜ ਹੋ ਗਈ। ਦੂਜੀ ਗੱਲ ਪਤਾ ਕੀ ਹੈ, ਇਹ ਰਿਸਰਚ ਜਿਹੜੀ ਰਿਸਰਚ ਦੀ ਇੱਕ ਪਹਿਲੀ ਸ਼ਰਤ ਹੁੰਦੀ ਹੈ ਕਿ ਆਸਮਾਨ ਨੂੰ ਖੁੱਲਾ ਛੱਡੋ। ਹੁਣ ਤੁਸੀਂ ਰਿਸਰਚ ਦੇ ਇੰਪੈਰੇਟਿਵ ਸੈੱਟ ਕਰੋਗੇ, ਪ੍ਰਾਇੋਰਟੀ ਸੈੱਟ ਕਰੋਗੇ, ਉਹ ਮੈਂ ਇੱਕ ਨੈਸ਼ਨਲ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉਹਨੂੰ ਐਬਸੋਲੂਟਾਈਜ਼ ਕਰਕੇ ਦੇਰ ਆ ਥਰਡ ਵਰਲਡ ਕੰਟਰੀਜ਼ ਦੇ ਆਪਣੇ ਰਿਸਰਚ ਇੰਪੈਰੇਟਿਵਸ ਹੈਗੇ, ਉਹ ਇੰਪੋਰਟੈਂਟ ਹੈਗੇ ਬਿਲਕੁਲ। ਪਰ ਤੁਸੀਂ ਜਦੋਂ ਰਿਸਰਚ ਦੇ ਅੰਦਰ ਇਸ ਹੱਦ ਇਹ ਹੋਇਆ ਹੈ ਸਾਡੇ ਸੈਂਟਰਲ ਯੂਨੀਵਰਸਿਟੀਜ਼ ਦੇ ਅੰਦਰ, ਕਈ ਹੋਰ ਯੂਨੀਵਰਸਿਟੀਜ਼ ਦੇ ਅੰਦਰ ਇਸ ਕਈ ਯੂਨੀਵਰਸਿਟੀ ਦੇ ਖਬਰਾਂ ਪੜ੍ਹਦੇ ਰਹਿੰਦੇ ਆ, ਦੇ ਗੋ ਟੂ ਦ ਐਕਸਟੈਂਟ ਆਫ ਇਸ ਹੱਦ ਤੱਕ ਜਾਂਦੇ ਹੈ ਕਿ ਉਹ ਕਹਿੰਦੇ ਇਹ ਪ੍ਰੈਫਰਡ ਏਰੀਆਜ਼ ਹੈਗੇ, ਇਸ ਤੋਂ ਬਾਅਦ ਰਿਸਰਚ ਨਹੀਂ ਕਰ ਸਕਦੇ। ਉਹਦੇ ਅੰਦਰ ਤੁਸੀਂ ਹੁਣ ਮਾਈਕਰੋ ਮੈਨੇਜ ਰਿਸਰਚ ਨੂੰ ਕਰੋਗੇ ਤਾਂ ਰਿਸਰਚ ਜਦੋਂ ਪ੍ਰਿਸਕ੍ਰਿਪਟਿਵ ਹੋ ਜਾਊਗੀ ਇਸ ਹੱਦ ਤੱਕ ਕਿ ਉਹ ਇੱਕ ਨਿਜ਼ਾਮ ਤੇ ਇੱਕ ਪਰਟੀਕੂਲਰ ਆਈਡੀਓਲੋਜੀ ਨੂੰ ਕੇਟਰ ਕਰੂਗੀ, ਉਹ ਕਿਸੇ ਵੀ ਸਿਸਟਮ ਅੱਜ ਤੱਕ ਪਹਿਲੀ ਵਾਰ ਨਹੀਂ ਹੋਇਆ। ਤੁਹਾਨੂੰ ਲੱਗਦਾ ਹੈ ਕਿ ਜੇ ਮੈਂ ਰਿਸਰਚ ਕਰਨੀ ਚਾਹਾਂ
ਕਿ ਮੋਬਾਈਲ ਫੋਨ ਜਿਹੜੇ ਸਕੂਲਾਂ ਵਿੱਚ ਹਨ ਉਹਨਾਂ ਦੀ ਕਿੰਨੀ ਵਰਤੋਂ ਸਕੂਲਾਂ ਦੇ ਵਿੱਚ ਬੱਚੇ ਹੇਟ ਪ੍ਰੋਪੇਗੈਂਡਾ ਨੂੰ ਧਰਮ ਦੇ ਆਧਾਰਿਤ ਨਫ਼ਰਤ ਦੇ ਪ੍ਰੋਪੇਗੈਂਡਾ ਨੂੰ ਅੱਗੇ ਵਧਾਉਣ ਲਈ ਕਰਦੇ ਹਨ। ਮੈਂ ਇਹਦੇ ਬਾਰੇ ਇੱਕ ਸਾਇੰਟੀਫਿਕ ਰਿਸਰਚ ਕਰਨੀ ਚਾਹੁੰਦਾ ਕਿ ਉਹਦਾ ਫਿਰ ਬੱਚਿਆਂ ਦੀ ਪੜ੍ਹਾਈ ਉੱਤੇ ਤੇ ਸਮਝਣ ਦੇ ਤਰੀਕੇ ਉੱਤੇ ਕੀ ਅਸਰ ਪੈ ਰਿਹਾ ਹੈ। ਤੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਤੁਹਾਨੂੰ ਲੱਗਦਾ ਇਹਦੀ ਹੋ ਸਕਦਾ ਮੈਨੂੰ ਗ੍ਰਾਂਟ ਨਾ ਦੇਵੇ, ਪੈਸੇ ਨਾ ਗ੍ਰਾਂਟ ਕੀ ਤੁਹਾਨੂੰ ਇੱਥੇ ਦੀ ਬਾਡੀਜ਼ ਹੀ ਪਾਸ ਨਹੀਂ ਕਰਕੇ ਦੇਣਗੇ ਪ੍ਰੋਜੈਕਟ। ਅੱਛਾ ਜਾਏਗਾ ਹੀ ਨਹੀਂ ਹਾਂ, ਕਿਉਂਕਿ ਅੱਛਾ ਇਹ ਜਾਣਾ ਵੀ ਕਿਹਦਾ ਥਰੂ ਹੈ ਨਾ। ਇਹ ਤੁਸੀਂ ਇਹ ਦੇਖੋ ਇਹਦਾ ਫਾਈਨ ਪ੍ਰਿੰਟ ਸਾਡੇ ਕੋਲ ਨਹੀਂ ਆਇਆ। ਜਿਸ ਦਿਨ ਫਾਈਨ ਉਹਦੀ ਪੂਰੀ ਇੱਕ ਮੈਕੈਨਿਜ਼ਮ ਇਸ ਤਰ੍ਹਾਂ ਸੈੱਟ ਕੀਤੀ ਜਾਊਗੀ ਕਿ ਉਹ ਸਾਰੀ ਚੀਜ਼ਾਂ ਫਿਲਟਰ ਹੋ ਜਾਣਗੀਆਂ ਇੱਥੇ। ਹੁਣ ਸਾਡੇ ਕੋਲ ਅੱਜ ਦੇ ਦਿਨ ਤੁਸੀਂ ਇਹ ਰਿਸਰਚ ਦੀ ਗੱਲ ਕਰੋ, ਸਿਲੇਬਸ ਦਾ ਕੰਟੈਂਟ ਵੀ ਬਹੁਤ ਅੰਡਰ ਸਕੂਟਨੀ ਹੈਗਾ ਕਿ ਪੜਾਇਆ ਕੀ ਜਾ ਰਿਹਾ ਹੈ। ਉਹਦੇ ਤੇ ਵੀ ਸਭ ਖਾਸ ਨਜ਼ਰ ਹੈ ਸਰਕਾਰ ਦੀ। ਨੈਸ਼ਨਲ ਹੈ, ਇਹ ਪ੍ਰਾਇੋਰਟੀ ਸੈੱਟ ਕਰਤੀਆਂ। ਇਸ ਤੋਂ ਬਾਅਦ ਤੁਸੀਂ ਟੌਪ ਲਿਖਤਾ ਤਾਂ ਤੁਹਾਨੂੰ ਰਿਸਰਚ ਕਰਨ ਦੀ ਪਰਮਿਸ਼ਨ ਹੀ ਨਹੀਂ ਹੈਗੀ। ਤਾਂ ਫੰਡਿੰਗ ਜਿਹੜੀ ਗੱਲ ਹੈ, ਤਾਂ ਦੂਜੀ ਗੱਲ ਜਿਹੜੀ ਫੰਡਿੰਗ ਦੀ ਕੀਤੀ ਜੀ, ਤੁਸੀਂ ਕਿਹਾ ਪ੍ਰਾਈਵੇਟ ਐਂਡ ਪਲੇਅਰ ਉਹਦੇ ਇਹ ਬਹੁਤ ਨਾਰਾ ਚੱਲਿਆ ਸਾਡੇ ਪਬਲਿਕ ਪ੍ਰਾਈਵੇਟ ਅਕੈਡਮੀ ਇੰਡਸਟਰੀ। ਹਾਂ ਖੂਬ ਚੱਲਿਆ। ਐਕਸਪੀਰੀਅੰਸ ਇਹ ਦੱਸਦਾ ਹੈ ਜਿਨ੍ਹਾਂ ਡਿਪਾਰਟਮੈਂਟਸ ਨੇ ਐਕਚੁਅਲੀ ਇੰਡਸਟਰੀ ਤੱਕ ਆਊਟਰੀਚ ਕਰਨ ਦੀ ਕੋਸ਼ਿਸ਼ ਕੀਤੀ। ਇੰਡਸਟਰੀ ਆਪਣੇ ਬਹੁਤ ਸਪੈਸੀਫਿਕ ਜਿਹਾ ਪ੍ਰੋਜੈਕਟ ਲੈ ਕੇ ਜਾਂਦੀ ਹੈ, ਬੜਾ ਨਿਸ਼ ਦਾ ਪ੍ਰੋਜੈਕਟ, ਉਹਦੀ ਆਪਣੀ ਸਪੈਸੀਫਿਕ ਸਮੱਸਿਆ। ਉਹ ਕਹਿੰਦੇ ਡਿਪਾਰਟਮੈਂਟ ਤੁਸੀਂ ਇਸ ਤੇ ਖਰਚ ਕਰੋ। ਵੀ ਜਿਹੜਾ ਬੰਦਾ ਐਮਐਸਸੀ ਕਰਨਾ ਹੈ, ਬੰਦਾ ਜਿਹੜਾ ਬੀਐਸਸੀ ਕਰਨਾ ਹੈ, ਤੁਸੀਂ ਉਹਨੇ ਐਮਐਸਸੀ ਬੀਐਸ ਤੇ ਕਰਾਓਗੇ ਨਾ, ਤੁਸੀਂ ਉਹਦੀ ਯੂਨੀਵਰਸਿਟੀ ਉਹ ਡਿਪਾਰਟਮੈਂਟ ਉਹ ਪਰਟੀਕੂਲਰ ਇੰਡਸਟਰੀ ਦੀ ਇੱਕ ਨਿਸ਼ ਪ੍ਰੋਬਲਮ ਲਈ ਸਾਰਾ ਕੁਝ ਖਰਚ ਕਰ ਦੋਗੇ ਜੀ। ਪ੍ਰਾਈਵੇਟ ਐਂਟਰਪ੍ਰਾਈਜ਼ ਦਾ ਇੱਕ ਸਿੱਧਾ ਜਿਹਾ ਮੋਟਿਵ ਹੈ ਕਿ ਉਹਦੀ ਜਿਹੜਾ ਪੈਸਾ ਖਰਚ ਕਰੇ ਉਹਦੀ ਸਪੈਸੀਫਿਕ ਸਮੱਸਿਆ ਨੂੰ ਸੋਲਵ ਕਰਨੇ ਕਰੇ, ਉਹਦਾ ਕੋਈ ਇਨੀਸ਼ੀਏਟਿਵ ਲਾਰਜਰ ਨੌਲੇਜ ਤੇ। ਮੈਨੂੰ ਕੁਲਦੀਪ ਜੀ ਦੱਸੋ, ਹੁਣ ਮੈਂ ਇਹ ਪੜ੍ਹ ਰਿਹਾ ਸੀ ਵੀ ਰਿਸਰਚ ਕਿੱਦਾਂ ਦੀ ਹੋਣਗੀ ਜਿਹੜੀਆਂ ਚੀਜ਼ਾਂ ਦਾ ਉਹਨਾਂ ਨੇ ਨਾਮ ਲਿਆ ਚੈਲੰਜਸ। ਮੈਂ ਇੰਡੀਅਨ ਐਕਸਪ੍ਰੈਸ ਦਾ ਐਡੀਟੋਰੀਅਲ ਪੜ੍ਹ ਰਿਹਾ ਜੂਨ 23 ਦਾ, ਜਿਹਦੇ 'ਚ ਉਹਨਾਂ ਨੇ ਕਿਹਾ ਨੈਸ਼ਨਲ ਰਿਸਰਚ ਫਾਊਂਡੇਸ਼ਨ ਗੇਮ ਚੇਂਜਰ ਹੈ। ਉਹਨਾਂ ਨੇ ਕਿਹਾ ਹਿੰਦੁਸਤਾਨ ਦੇ ਮੈਨੂਫੈਕਚਰਿੰਗ ਸੈਕਟਰ ਨੂੰ ਕੰਪੀਟੀਟਿਵ ਕਿੱਦਾਂ ਬਣਨਾ, ਰਿਵਰਸ ਇਹਦੇ ਕਿੱਦਾਂ ਸਾਫ਼ ਹੋਣੇ ਨੇ, ਵੈਦਰ ਪ੍ਰੂਫਿੰਗ ਐਗਰੀਕਲਚਰ ਦੀ ਕਿੱਦਾਂ ਕਰਨੀ ਹੈ, ਸਮਾਰਟ ਸਿਟੀਜ਼ ਕਿੱਦਾਂ ਡਿਜ਼ਾਈਨ ਕਰਨੇ ਨੇ, ਇਹ ਸਭ ਬਾਰੇ ਹੁਣ ਰਿਸਰਚ ਹੋਣੀ ਹੈ। ਹੁਣੇ ਆਪਾਂ ਕਹਿ ਰਹੇ ਸੀ ਕਿ ਕਿੱਦਾਂ ਦੇ ਡਿਬੇਟ ਹੁੰਦੇ ਨੇ ਟੀਵੀ ਤੇ ਕਿਹੜੇ ਡਿਬੇਟ ਨਹੀਂ ਹੁੰਦੇ। ਮੈਨੂੰ ਨਹੀਂ ਲੱਗਦਾ ਕਿ ਫੋਰੈਸਟ ਕੰਜ਼ਰਵੇਸ਼ਨ ਅਮੈਂਡਮੈਂਟ ਬਿੱਲ ਜਿਹੜਾ ਹੁਣੇ ਪਾਸ ਹੋਇਆ ਹੈ, ਇਹਦੇ ਬਾਰੇ ਕੋਈ ਧੁੰਮਾਂ ਪੈ ਗਈਆਂ ਨੇ ਤੇ ਡਿਬੇਟ ਕੰਟਰੀ 'ਚ ਹੋ ਰਹੇ ਨੇ। ਤੇ ਉਹ ਬਿੱਲ ਕੀ ਹੈ? ਉਹ ਬਿੱਲ ਇਹ ਹੈ ਕਿ ਭਾਈ ਜੇ ਬਾਰਡਰ ਤੋਂ 100 ਕਿਲੋਮੀਟਰ ਦੇ ਅੰਦਰ ਲੈਂਡ ਹੋਵੇ ਤੇ ਸਰਕਾਰ ਨੇ ਉੱਥੇ ਕੋਈ ਕੰਜ਼ਰਵੇਸ਼ਨ ਲਾਜ਼ ਜਿਹੜੇ ਆ ਉਹ ਨਹੀਂ ਲਾਗੂ ਹੋਣਗੇ। ਜਿਹੜੇ ਦੁਨੀਆ ਭਰ ਦੇ ਕੰਜ਼ਰਵੇਸ਼ਨ ਲਾਜ਼ ਅਸੀਂ ਬਣਾਏ ਸੀ ਕਿ ਕੁਦਰਤ ਖਰਾਬ ਨਾ ਹੋ ਜਾਵੇ, ਉਹ ਹੁਣ ਲਾਗੂ ਨਹੀਂ ਹੋਣਗੇ। ਤੁਸੀਂ ਉੱਥੇ ਜ਼ੂ ਬਣਾ ਸਕਦੇ ਹੋ, ਚਿੜੀਆ ਘਰ ਬਣਾਓ, ਸਫਾਰੀ ਬਣਾਓ, ਬਲਕਿ ਟੂਰਿਜ਼ਮ ਲਈ ਜੋ ਮਰਜ਼ੀ ਇਨਫਰਾਸਟ੍ਰਕਚਰ ਬਣਾਓ। ਹੁਣ ਤੁਸੀਂ ਇਹ ਦੱਸੋ ਵੀ ਜਿਸ ਵੇਲੇ ਮੈਂ ਇਹਨੂੰ ਵੈਦਰ ਪ੍ਰੂਫਿੰਗ ਐਗਰੀਕਲਚਰ ਤੇ ਕਲੀਨਿੰਗ ਰਿਵਰਸ ਤੇ ਐਨਵਾਇਰਨਮੈਂਟ ਬਾਰੇ ਰਿਸਰਚ ਕਰਨੀ ਹੈ ਤੇ ਫਿਰ ਇਹ ਵਾਲਾ ਤੇ ਰਿਸਰਚ ਦੇ ਕੀ ਨਤੀਜੇ ਆਣਗੇ? ਮੈਂ ਤੇ ਇਹੀ ਨਤੀਜਾ ਆਏਗਾ ਸਰ NRF ਦੇ ਫੰਡ 'ਚੋਂ ਰਿਸਰਚ ਦਾ ਕਿ ਭਾਜੀ ਇਹ ਵੈਸਟਰਨ ਘਾਟ ਦੇ ਨਾਲ ਸਾਰੀਆਂ ਸੜਕਾਂ ਦਾ ਹਾਈਵੇ ਬਣਾ ਦਿਓ, ਇਹਦੇ ਨਾਲ ਡੀਫੋਰੈਸਟੇਸ਼ਨ ਦਾ ਬਹੁਤ ਅਸਰ ਨਹੀਂ ਹੋਏਗਾ ਬਲਕਿ ਜੌਬਸ ਬੜੇ ਜਨਰੇਟ ਹੋਣਗੇ। ਨਹੀਂ ਬਿਲਕੁਲ। ਐਕਚੁਅਲੀ ਨਾ ਇੱਕ ਮੈਂ ਤੁਹਾਨੂੰ ਇਹਨਾਂ ਨੇ 2019 ਵਿੱਚ ਇੱਕ ਨਾ ਡਿਟੇਲਡ ਪ੍ਰੋਜੈਕਟ ਰਿਪੋਰਟ ਬਣਾਈ ਸੀ। ਬਿਲਕੁਲ। ਤੇ ਉਹ ਡਿਟੇਲਡ ਪ੍ਰੋਜੈਕਟ ਰਿਪੋਰਟ ਦੀ ਮੈਂ ਇੱਕ ਲਾਈਨ ਤੁਹਾਨੂੰ ਪੜ੍ਹ ਕੇ ਸੁਣਾਉਂਦਾ। A major goal of NRF will be to fund good people with good ideas. ਨੈਸ਼ਨਲ ਰਿਸਰਚ ਫਾਊਂਡੇਸ਼ਨ ਦਾ ਵੱਡਾ ਮੰਤਵ ਚੰਗੇ ਲੋਕਾਂ ਨੂੰ ਚੰਗੇ ਆਈਡੀਆਜ਼ ਦੇ ਉੱਤੇ ਰਿਸਰਚ ਕਰਨ ਬਾਰੇ। ਬਸ ਬਾਕੀ ਗੱਲ ਮੈਨੂੰ ਇੱਕ ਯੂਨੀਵਰਸਿਟੀ ਦੇ, ਮੈਂ ਹੁਣ ਨਾਂ ਨਹੀਂ ਲੈਂਦਾ ਯੂਨੀਵਰਸਿਟੀ ਦੇ ਪ੍ਰੋਫੈਸਰ ਪੁੱਛ ਰਹੇ ਸੀ, ਉਹ ਕਹਿੰਦੇ ਐਸਪੀਸੀ ਜੀ ਕੋਈ ਚੰਗਾ ਪੈਨਲਿਸਟ ਦੱਸੋ, ਅਸੀਂ ਬੁਲਾਣਾ। ਮੈਂ ਕਿਹਾ ਜੀ ਚੰਗਾ ਕੌਣ ਹੁੰਦਾ? ਕਹਿੰਦੇ ਮੈਨੂੰ ਪਤਾ ਨਹੀਂ, ਮੈਂ ਬੜੇ ਚੰਗੇ ਲੈ ਕੇ ਜਾਣਾ, ਪਰ ਵਾइस चांसलर साहब एक खास राजनीतिक सोच ਦੇ आदमी ने, वो कहते ये तो ठीक है पर किसी अच्छे आदमी को भी बुलाया करो। ਹੁਣ ਤੁਸੀਂ ਸਮਝ ਗਏ ਵੀ ਅੱਛੇ ਆਦਮੀਆਂ ਦਾ ਅੱਜ ਕੱਲ੍ਹ ਦਾ ਰੰਗ ਕੀ ਹੈ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ। ਥੋੜੀ ਜਿਹੀ ਗੱਲ ਹੋਰ ਕਰਾਂਗੇ, ਥੋੜੀ ਸਕੂਲਾਂ ਬਾਰੇ, ਥੋੜੀ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਾਰੇ, ਵੱਡੀਆਂ ਖੋਜਾਂ ਬਾਰੇ, ਤੇ ਥੋੜੀ ਜਿਹੀ ਜਿਹੜੀ ਉਹ ਕਹਿੰਦੇ ਨੇ ਗੇਮ ਬਦਲ ਰਹੀ ਹੈ, ਗੇਮ ਚੇਂਜ ਹੋ ਰਹੀ ਹੈ, ਉਹਦੇ ਬਾਰੇ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਸਮਾਰਟਫੋਨ ਦੇ ਉੱਤੇ ਬੈਨ ਲੱਗ ਜਾਵੇ। ਸੰਯੁਕਤ ਰਾਸ਼ਟਰ ਨੇ ਸਿਫਾਰਿਸ਼ ਕੀਤੀ ਆਪਣੀ ਗਲੋਬਲ ਐਜੂਕੇਸ਼ਨ ਮੋਨੀਟਰਿੰਗ ਰਿਪੋਰਟ ਦੇ ਵਿੱਚ, ਅਤੇ ਭਾਰਤ ਸਰਕਾਰ ਨੇ ਇੱਕ ਨਿਜ਼ਾਮ ਬਣਾਇਆ ਕਿ ਦੇਸ਼ ਭਰ ਦੇ ਵਿੱਚ ਹੁਣ ਖੋਜੀ ਅਦਾਰੇ, ਸਾਡੇ ਕਾਲਜ, ਯੂਨੀਵਰਸਿਟੀਆਂ, तमाम ਅਦਾਰੇ ਖੋਜ ਕਿਸ ਤਰੀਕੇ ਨਾਲ ਕਰਨਗੇ ਤੇ ਉਸ ਖੋਜ ਦੀ ਓਨਰਸ਼ਿਪ, ਉਹਦੇ ਹੱਕ ਮਾਲਕਾਨਾ ਹੁਣ ਕਿਸ ਕੋਲ ਹੋਣਗੇ? ਜ਼ਾਹਿਰ ਹੈ ਉਹ ਸਰਕਾਰ ਕੋਲ ਹੋਣਗੇ ਜੇ ਬਿੱਲ ਪਾਰਲੀਮੈਂਟ 'ਚ ਆ ਰਿਹਾ। ਸਾਡੇ ਨਾਲ ਪ੍ਰੋਫੈਸਰ ਅਕਸ਼ੇ ਕੁਮਾਰ ਜੀ ਨੇ ਅਤੇ ਪ੍ਰੋਫੈਸਰ ਪੁਰੀ ਸਾਹਿਬ ਨੇ। ਪੁਰੀ ਸਾਹਿਬ ਇਹ ਦੱਸੋ, ਉਹ ਕਹਿੰਦੇ ਨੇ ਰਿਸਰਚ ਸਪੈਂਡਿੰਗ ਜਿਹੜੀ ਹਿੰਦੁਸਤਾਨ ਦੇ ਵਿੱਚ ਹੈ ਉਹ ਇੰਨੀ ਘੱਟ ਹੈ ਵੀ GDP ਦਾ ਕੋਈ 0.65% ਹੈ, ਯਾਨੀ ਪੌਣੇ GDP ਤੋਂ ਵੀ ਘੱਟ ਹੈ, ਪੌਣੇ % ਤੋਂ ਵੀ। ਤੇ ਅੱਛਾ ਇਹ ਹੋਰ ਥੱਲੇ ਵੀ ਆ ਰਿਹਾ, ਉਹ ਬਾਰ-ਬਾਰ ਇਹ ਵੀ ਕਹਿੰਦੇ ਕਿ ਬਲਕਿ ਥੱਲੇ ਆ ਰਿਹਾ। ਅਮਰੀਕਾ ਦੇ ਵਿੱਚੋਂ ਕਹਿੰਦੇ ਨੇ ਇਹ 2.8% ਹੈ, ਚਾਈਨਾ 'ਚ 2.1% ਹੈ,
ਇਜ਼ਰਾਈਲ ਦੇ ਵਿੱਚ 4.3% ਹੈ, ਸਾਊਥ ਕੋਰੀਆ 'ਚ 4.2% ਹੈ। ਉਹ ਕਹਿੰਦੇ ਜੇ ਅੱਗੇ ਵਧਣਾ ਹੈ ਤੇ ਰਿਸਰਚ ਨੂੰ ਵੱਡਾ ਪੈਸਾ ਚਾਹੀਦਾ। ਜਿਹੜਾ ਨਿਜ਼ਾਮ ਸਾਡੇ ਕੋਲ ਅੱਜ ਕੱਲ੍ਹ ਹੈ ਉਹਦੇ ਵਿੱਚ ਪ੍ਰਾਈਵੇਟ ਸੈਕਟਰ ਨੈਸ਼ਨਲ ਰਿਸਰਚ ਫਾਊਂਡੇਸ਼ਨ ਵਰਗੀ ਬਾਡੀ ਨੂੰ ਪੈਸਾ ਨਹੀਂ ਦੇ ਸਕਦਾ। ਇੰਡੀਪੈਂਡੈਂਟ ਰਿਸਰਚ ਬਾਡੀਜ਼ ਨੂੰ ਪ੍ਰਾਈਵੇਟ ਸੈਕਟਰ ਪੈਸਾ ਨਹੀਂ ਦੇ ਸਕਦਾ। ਉਹ ਫਿਲੈਂਥਰੋਪੀ ਦੇ ਤੌਰ ਦੇ ਉੱਤੇ ਦਵੇ, ਵੱਖਰੇ ਇੰਸਟੀਚਿਊਟ ਬਣਾਵੇ, ਡਿਫਰੈਂਟ ਹੈ। ਪਰ ਇਹ ਨਹੀਂ ਹੈ ਕਿ ਕੋਈ ਵੱਡਾ ਕਾਰਪੋਰੇਟ ਹਾਊਸ ਮੰਨ ਲਓ ਅਡਾਨੀਜ਼, ਅੰਬਾਨੀਜ਼ ਜਾਂ ਜਿਹੜੇ ਮੇਰੇ ਹੋਰ ਅਮੀਰ ਦੇਸ਼ ਦੇ ਭਰਾ ਨੇ, ਭਾਰਤ ਮਾਤਾ ਦੇ ਬੱਚੇ ਸਾਰੇ ਭਰਾ ਹੀ ਲੱਗਦੇ ਨੇ, ਤੇ ਇਹ ਫਿਰ ਵੱਡਾ ਪੈਸਾ ਨਹੀਂ ਦੇ ਸਕਦੇ। ਹੁਣ ਉਹ ਇਹਦੇ ਵਿੱਚ ਇਹ ਪ੍ਰਾਵਧਾਨ ਕਰ ਦਿੱਤਾ ਗਿਆ, ਬਲਕਿ ਇਹ ਕਾਨੂੰਨੀ ਹੋਵੇਗਾ ਕਿ 70% ਤੁਸੀਂ ਪੈਸਾ ਲੈਣਾ ਹੀ ਹੋਤਾ ਹੈ। 14,000 ਕਰੋੜ ਇਹਨਾਂ ਨੇ ਦੇਣਾ 5 ਸਾਲਾਂ ਤੋਂ, ਲਗਭਗ 2.5 ਪੌਣੇ 3 2800 ਕਰੋੜ ਰੁਪਇਆ ਪਰ ਸਾਲ ਭਾਰਤ ਸਰਕਾਰ ਫੰਡ ਦੇਗੀ ਨੈਸ਼ਨਲ ਰਿਸਰਚ ਫਾਊਂਡੇਸ਼ਨ ਲਈ। ਵੱਡਾ ਪੈਸਾ ਉਧਰੋਂ ਆਏਗਾ। ਤੁਹਾਨੂੰ ਨਹੀਂ ਲੱਗਦਾ ਮਨੀ ਆਲਸੋ ਕਾਊਂਟਸ ਤੇ ਬਿਗ ਮਨੀ ਨੂੰ ਇਹ ਡਰਾ ਕਰੇਗਾ NRF? ਇਹ ਤਾਂ ਇੱਕ ਵੱਡਾ ਫਰਕ ਆਏਗਾ ਕਰੇਗਾ। ਲੇਕਿਨ ਐਕਚੁਅਲੀ ਇਦਾਂ ਹੈ ਕਿ ਵੀ ਆਪਾਂ ਨੂੰ ਇਹਨੂੰ ਇੱਕ ਇਸ ਪੱਖ ਤੋਂ ਵੀ ਦੇਖੀਏ ਕਿ ਜਿਹੜੇ ਕਸਤੂਰੀ ਰੰਗਨ ਕਮੇਟੀ ਦੀ ਰਿਪੋਰਟ ਹੈ ਜਿਹਦੇ ਬੇਸਿਸ ਤੇ ਨੈਸ਼ਨਲ ਰਿਸਰਚ ਫਾਊਂਡੇਸ਼ਨ, ਉਹਨਾਂ ਨੇ ਇਹ ਕਿਹਾ ਸੀਗਾ ਕਿ 20,000 ਕਰੋੜ ਰੁਪਈਆ ਐਨੂਅਲੀ ਜਿਹੜੀ ਭਾਰਤ ਸਰਕਾਰ ਹੈ ਉਹ ਦੇਗੀ NRF ਨੂੰ 20,000 ਕਰੋੜ ਰੁਪਈਆ। 20,000 ਕਰੋੜ ਰੁਪਇਆ ਉਹਨਾਂ ਨੇ ਐਨੂਅਲੀ ਦੇਣਾ ਸੀ, ਅਸੀਂ ਦੇ ਰਹੇ ਹਾਂ 2800 ਕਰੋੜ ਰੁਪਇਆ। ਔਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਅਸੀਂ ਮਤਲਬ ਇਹ ਨਾ 0.1% ਆਫ GDP ਜਿਹੜਾ ਨਾ ਅਸੀਂ ਮਤਲਬ ਕਰਾਂਗੇ ਜਾਂ ਕੁਝ, ਮਤਲਬ ਇਹ ਹੁਣ ਜਿਹੜਾ ਉਹ 20,000 ਕਰੋੜ ਦੀ ਜਗ੍ਹਾ ਇਹ 20,000 ਕਰੋੜ ਐਨੂਅਲੀ ਲਗਾਓ ਤੇ into 5 ਕਰ ਲਓ ਤੇ ਕਿੰਨਾ ਬਣ ਗਿਆ? ਇਹ ਤਾਂ ਫਿਰ ਕਸਤੂਰੀ ਰੰਗਨ ਕਮੇਟੀ ਦਾ 14% ਹੋ ਗਿਆ। ਸਿਰਫ 14% ਜੋ ਉਹਨਾਂ ਨੇ ਕਿਹਾ ਸੀ ਉਹਦਾ 14% ਮਿਲਿਆ। ਠੀਕ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜੇ ਕੋਈ 50,000 ਕਰੋੜ ਬੋਲਣ ਲੱਗਿਆ ਤੇ ਮੂੰਹ ਭਰ ਜਾਂਦਾ। ਮੈਂ ਕਹਿੰਦਾ ਜੀ ਕੰਨ ਖੜੇ ਹੋਈ ਦੇ ਨੇ। ਮੈਂ ਲੇਕਿਨ 50,000 ਕਰੋੜ ਨੂੰ ਇੱਕ ਨਾ ਪਰਿਪੇਖ ਵਿੱਚ ਦੇਖਣਾ ਹੈ ਤੇ ਉਹਦੇ ਚ ਇਹ ਹੈ ਕਿ 17-18 ਜਿੰਨਾ ਅਸੀਂ ਪੈਸਾ ਖਰਚ ਕਰ ਰਹੇ ਹੁਣ ਉਹਦੇ ਨਾਲੋਂ ਪਰਸੈਂਟੇਜ ਵਾਈਜ਼ ਉਹਦੇ ਨਾਲੋਂ ਅਸੀਂ ਥੱਲੇ ਆ, ਜ਼ਿਆਦਾ ਨਹੀਂ ਆ। ਪਹਿਲੀ ਤੇ ਗੱਲ ਇਹ ਹੈਗੀ ਹੈ। ਤੇ ਫਾਈਨੈਂਸਿੰਗ ਦੀ ਗੱਲ ਹੈ ਕਿ ਜਦੋਂ ਕਸਤੂਰੀ ਰੰਗਨ ਕਮੇਟੀ ਨੇ ਪ੍ਰਾਈਵੇਟ ਇੰਟਰਵੈਂਸ਼ਨ ਦੀ ਗੱਲ ਨਹੀਂ ਸੀ ਕੀਤੀ ਇਹਦੇ ਵਿੱਚ, ਉਹਨੇ ਸਿਰਫ ਸਰਕਾਰ ਦੀ ਕੀਤੀ ਸੀ। ਤੇ ਹੁਣ ਜੇ 72% ਜਿਹੜਾ ਉਹ ਪ੍ਰਾਈਵੇਟ ਨੇ ਕਰਨਾ ਤੇ ਫਿਰ ਉਹਦੇ ਅਸਰ ਜਿਹੜੇ ਨੇ। ਇਹ ਗੱਲ ਵੀ ਤਾਂ ਹੈ ਨਾ, ਕਿਉਂਕਿ ਉਹ ਕਹਿ ਰਹੇ ਨੇ ਕਿ ਇਸ ਤੋਂ ਪਹਿਲਾਂ IITs ਜਿਹੜੀਆਂ ਜਾਂ ਇੰਡੀਅਨ ਇੰਸਟੀਚਿਊਟ ਆਫ ਸਾਇੰਸਿਸ ਨੇ, ਇਹ ਜ਼ਿਆਦਾ ਬਲਕ ਆਫ ਦਾ ਮਨੀ ਤਾਂ ਇਹਨਾਂ ਨੂੰ ਚਲੀ ਜਾਂਦੀ ਸੀ। ਸਟੇਟ ਯੂਨੀਵਰਸਿਟੀਜ਼ ਨੂੰ ਤਾਂ ਬਹੁਤ ਥੋੜਾ ਮਿਲਦਾ ਸੀਗਾ, 10% ਪੈਸਾ ਮਿਲਦਾ ਸੀਗਾ। NRF ਉਸ ਮਾਮਲੇ ਦੇ ਵਿੱਚ, ਕੁਝ ਪੈਸੇ ਦੇ ਮਾਮਲੇ ਵਿੱਚ ਕੁਝ ਡੈਮੋਕ੍ਰੇਟਾਈਜੇਸ਼ਨ ਤਾਂ ਆਏਗੀ ਨਾ। ਇੱਕ ਤਾਂ ਪੈਸਾ ਵਧੇਰਾ ਹੋਏਗਾ, ਇੱਕ ਥੋੜੀ ਜੀ ਇਕੁਇਵਲੈਂਟ ਜਿਹੜੀ ਫੰਡਿੰਗ ਹੋਏਗੀ। ਠੀਕ ਹੈ, ਇਹ ਚੀਜ਼ਾਂ ਹੋਣਗੀਆਂ, ਲੇਕਿਨ ਇਹ ਵੀ ਉਹ ਕਾਫੀ ਤਾਂ ਹੈ ਨਹੀਂ ਸਾਡੇ ਕੋਲ ਨਾ। ਪਰ ਸੁਪਰ ਆਰਗੇਨਾਈਜੇਸ਼ਨ ਤਾਂ ਇੱਕ ਬਣ ਗਈ ਹੈ ਸਾਡੇ ਕੋਲ, ਹੈ ਹੀ ਨਹੀਂ ਕਾਫੀ ਨਾ। ਨਹੀਂ ਜਿਹੜਾ ਸੁਪਰ ਆਰਗੇਨਾਈਜੇਸ਼ਨ ਦਾ ਬਣਨਾ ਹੈ, ਇੱਕ ਚੀਜ਼ ਮੇਰੇ ਹੋਰ ਕਹਿਣੀ ਇਹਦੇ ਅੰਦਰ ਜੀ, ਜੋ ਇੱਕ ਐਸਪੈਕਟ NRF ਦੇ ਅੰਦਰ ਵੀ ਬੜਾ ਮਾਰਜਨਲੀ ਮੈਂਸ਼ਨ ਕੀਤਾ ਹੈ ਜੀ। ਇੱਕ ਤਾਂ ਇਹਦਾ ਪੂਰਾ ਤੁਸੀਂ ਜਿੰਮਾ ਦਿੱਤਾ DST ਨੂੰ, ਡਿਪਾਰਟਮੈਂਟ ਸਾਇੰਸ ਟੈਕਨੋਲੋਜੀ। ਹਾਂ, ਇਹਦਾ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਜਿਹੜਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਹੋਏਗਾ। ਡਾਕਟਰ ਜਤਿੰਦਰ ਸਿੰਘ ਜੀ ਕੋਲ ਤਗੜਾ ਬਜਟ ਆ ਰਿਹਾ ਤਾਂ ਸੁਣੋ ਅਗੀ ਇਹ ਹਿਊਮੈਨਿਟੀਜ਼ ਤੇ ਸੋਸ਼ਲ ਸਾਇੰਸ ਦੀ ਰਿਸਰਚ ਨੂੰ ਵੀ ਇਹ ਮੋਨੀਟਰ ਕਰੂਗਾ। ਇਹ ਉਹਨਾਂ ਨੇ ਨਾਲ ਪਾ ਦਿੱਤਾ। ਹਾਂ, ਉਹ ਪਾਇਆ ਮਾਰਜਨ ਦੇ ਅੰਦਰ ਹੈ। ਹਾਂ, ਦੇਖੋ ਹਿੰਦੁਸਤਾਨ ਦੇ ਅੰਦਰ ਵੈਸੇ ਸ਼ੇਕਸਪੀਅਰ ਮਾਰਜਨ ਚ ਹੀ ਹੈ। ਨਹੀਂ, ਸ਼ੇਕਸਪੀਅਰ ਚ ਨਾ ਹੋਵੇ, ਸ਼ੇਕਸਪੀਅਰ ਤੋਂ ਇਲਾਵਾ ਦੁਨੀਆ ਬਹੁਤ ਹੈਗੀ। ਦੇਖੋ ਗੱਲ ਪਤਾ ਕੀ ਹੈ, ਸਾਇੰਸ ਦੀ ਰਿਸਰਚ ਬੜੀ ਇੰਪੋਰਟੈਂਟ ਹੈ। ਉਹ ਸ਼ਾਇਦ ਉਹ ਟ੍ਰਾਂਸਲੇਟ ਵੀ ਹੁੰਦੀ ਇੰਪੈਕਟ ਸਟੱਡੀਜ਼ ਦੇ ਅੰਦਰ, ਬਿਲਕੁਲ ਉਹਦਾ ਇੰਪੋਰਟੈਂਟ ਹੈ। ਇਹ ਓਪਨਹੇਮਰ ਦੇਖ ਰਿਹਾ, ਲੋਕਾਂ ਨੂੰ ਪਤਾ ਹੈ ਵੀ ਸਾਇੰਸ ਦੀ ਰਿਸਰਚ ਕਿੰਨੀ ਇੰਪੋਰਟੈਂਟ ਹੈ। ਹਾਂ, ਲੇਕਿਨ ਪਰ ਦੂਜੀ ਗੱਲ ਸਭ ਤੋਂ ਇੰਪੋਰਟੈਂਟ ਇਹ ਵੀ ਹੈਗੀ, ਹਿੰਦੁਸਤਾਨ ਜਾਂ ਕਿਸੇ ਵੀ ਕਲਚਰ ਦਾ ਜਿਹੜਾ ਤੁਸੀਂ ਪੂਰਾ ਇਹਦਾ ਇੱਕ ਸ਼ਗੂਫਾ ਕਹੋਗੇ, ਇੰਡੀਅਨ ਵੈਲਿਊ ਸਿਸਟਮ ਤੇ ਗੱਲ ਕਰੋਗੇ, ਇੰਡੀਅਨ ਲੈਂਗੁਏਜ ਤੇ ਗੱਲ ਕਰੋਗੇ, ਰਿਸਰਚ ਦੇ ਨਾਂ ਤੇ ਈਵਨ IITs ਦੇ ਅੰਦਰ ਵੀ, ਈਵਨ ਯੂਨੀਵਰਸਿਟੀਜ਼ ਦੇ ਸਿਸਟਮ ਦੇ ਅੰਦਰ ਵੀ ਇਹ ਬਿਲਕੁਲ ਇੱਕ ਮਾਰਜਨਲਾਈਜ਼ਡ ਨੋਮੀਨਲ ਕਾਸਮੈਟਿਕ ਹਿਊਮੈਨਿਟੀਜ਼ ਤੇ ਦਾ। ਸੋ ਤੁਹਾਨੂੰ ਲੱਗਦਾ ਜਿਹੜੇ ਲਿਬਰਲ ਆਰਟਸ ਨੇ ਸਾਡੇ ਹਿਊਮੈਨਿਟੀਜ਼ ਦੇ ਕੋਰਸਿਸ ਨੇ, ਲੋਕ ਬਹੁਤ ਸਾਰੇ ਕਹਿੰਦੇ ਨੇ ਕਿ ਦੇਸ਼ ਦਾ ਇਹ ਮਾਹੌਲ ਹੀ ਇਸ ਲਈ ਬਣਿਆ ਕਿਉਂਕਿ ਅਸੀਂ ਲਿਬਰਲ ਆਰਟਸ ਨੂੰ ਲਗਾਤਾਰ ਮਾਰਜਨਲਾਈਜ਼ ਕਰਦੇ ਗਏ, ਅਸੀਂ ਬਸ ਸਕਿਲਡ ਫੋਰਸ ਖੜੀ ਕਰਦੇ ਗਏ। ਤੇ ਮੈਨੂੰ ਲੱਗਦਾ ਕਿ ਜੋ ਰਿਸਰਚ ਦੀ ਗੱਲ ਕਰਦੇ ਤੁਸੀਂ ਪੁੱਛੋ, ਜੋ ਤਾਂ ਗਵਰਨਮੈਂਟਸ ਆਈਆਂ, ਜੋ ਪਿੱਛੇ ਜੀ ਗਵਰਨਮੈਂਟ ਜੋ ਹੋਈ ਹੈ, ਜਿਹੜੀ ਰਿਸਰਚ ਇੰਸਟੀਟਿਊਟਸ ਦੀ ਉਹਨਾਂ ਦੀ ਕਿੰਨੀ ਫੰਡਿੰਗ ਵਿਡਰਾ ਹੋਈ ਹੈ, ਪੁੱਛੋ ਜਰਾ। ਆਈਜ਼ਰ ਮਾਲੀ ਦੇ ਲੋਕ ਮੈਨੂੰ ਮਿਲਦੇ ਆ ਕਿਤੇ ਹੋਰ, ਕਹਿਣਗੇ ਓਪਨਹੇਮਰ ਦੇਖ ਕੇ ਆਇਆ, ਉਹ ਕਹਿਣਗੇ ਉਹ ਗੀਤਾ ਵੀ ਪੜ੍ਹਦਾ ਸੀ, ਸਭ ਜਾਣਦਾ ਸੀ, ਪਰ ਐਟਮ ਬੰਬ ਬਣਾ ਰਿਹਾ ਸੀ, ਮਨੁੱਖਤਾ ਨੂੰ ਕੀ ਮਿਲਿਆ ਕੋਈ ਪਤਾ ਨਹੀਂ ਹੈ। ਇਹ ਕੋਈ ਨੈਸੈਸਰੀ ਲਿੰਕੇਜ ਹੈਗਾ ਕਿ ਨਹੀਂ? ਨਹੀਂ, ਪਰ ਤੁਸੀਂ ਜਿਹੜੇ ਰਿਸਰਚ ਦੇ ਪ੍ਰੋਜੈਕਟ ਸੀ ਹੈਵੀ, ਉਹ ਸਾਰੀ ਫੰਡਿੰਗ ਵਿਡਰਾ ਕਰ ਲਿੱਤੀ ਇਹਨਾਂ ਨੇ। ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਰਿਸਰਚ ਹੈ ਸੋਸ਼ਲ ਲਾਈਫ ਦੇ ਅੰਦਰ, ਕਾਸਟ ਦੇ ਇਸ਼ੂਜ਼, ਲੈਂਗੁਏਜ ਦੇ ਇਸ਼ੂਜ਼, ਕਮਿਊਨਲਿਜ਼ਮ ਦੇ ਇਸ਼ੂ, ਰਾਈਟ ਨਾਓ ਨੋਬਡੀ ਸਟਾਪਿੰਗ ਕਿ ਤੁਸੀਂ ਉਹਦੇ ਤੇ ਰਿਸਰਚ ਨਹੀਂ ਕਰਨੀ। ਨਹੀਂ, ਉਹਦਾ ਫੰਡਿੰਗ ਹੀ ਨਹੀਂ ਹੈਗੀ। ਤੁਹਾਡਾ ਕਹਿਣਾ ਕਿ ਜਿਸ ਵੇਲੇ ਇਹ ਸਾਰੇ ਫੰਡਸ ਇੱਕ ਜਗ੍ਹਾ ਦੇ ਉੱਤੇ ਕਨਸੈਂਟਰੇਟ ਹੋ ਜਾਣਗੇ ਤੇ
ਸਰਕਾਰੀ ਖਿੜਕੀ ਦੇ ਵਿੱਚੋਂ ਮਿਲਨੇ ਆ ਤਾਂ ਫਿਰ ਇਹਨਾਂ ਕੰਮਾਂ ਲਈ ਨਹੀਂ ਮਿਲਣਗੇ ਸਰ ਦੂਸਰਾ ਇਹ ਉਹ ਤਾਂ ਕਿ ਇਜ਼ਾਬੈਲ ਜਦੋਂ- ਵਿਲਕਰਸਨ ਦੀ ਕਿਤਾਬ ਉੱਤੇ ਰਿਸਰਚ ਲਈ ਥੋੜੀ ਉਹ ਤਾਂ ਫੰਡ ਕਹਿੰਦੇ ਕਿ ਇਹ ਸੋਸ਼ਲ ਸਾਇੰਸ ਦੇ ਪੋਲੀਟੀਕਲ ਜਿਹੜੇ ਹੈ ਤਾਂ ਹੈ ਹੀ ਪੋਲਿਟਿਕਸ। ਤੁਸੀਂ ਜਦੋਂ ਇੰਡਸਟਰੀ ਦੇ ਜਦੋਂ ਇੰਡਸਟਰੀ ਦੇ ਲਿੰਕ ਦੀ ਗੱਲ ਕਰਦੇ ਹੋ ਤਾਂ ਗੱਲ ਸਾਰੀ ਉਸ ਆ ਜਾਂਦੀ ਹੈ। ਅੱਛਾ 50,000 ਦੀ ਫਿਗਰ ਮੈਨੂੰ ਇੱਕ ਹੋਰ ਵੀ ਮਿਲੀ ਹੈ। ਉਹ ਕਹਿੰਦੇ ਨੇ ਵੀ ਅਸੀਂ ਨੈਸ਼ਨਲ ਰਿਸਰਚ ਫਾਊਂਡੇਸ਼ਨ ਜਿਹੜੀ ਬਣਾਈ ਹੈ ਇਹ ਅਮਰੀਕਾ ਦੇ ਉਹਦੇ ਤੇ ਬਣਾਈ ਹੈ ਬੇਸ ਦੇ ਉੱਤੇ, ਜਿਸ ਤਰੀਕੇ ਦੀ ਉਹਨਾਂ ਦੀ ਨੈਸ਼ਨਲ ਸਾਇੰਸ ਫਾਊਂਡੇਸ਼ਨ ਹੈ। ਇਹਦਾ ਬਲਕਿ ਜ਼ਿਕਰ ਕੀਤਾ ਬਕਾਇਦਾ ਉਹਨਾਂ ਨੇ ਆਬਜੈਕਟਿਵਸ ਦੇ ਵਿੱਚ। ਹੁਣ ਪ੍ਰੋਬਲਮ ਇਹ ਹੈ ਵੀ ਨੈਸ਼ਨਲ ਸਾਇੰਸ ਫਾਊਂਡੇਸ਼ਨ ਜਿਹੜੀ ਹੈ ਇਹ ਵੀ ਬਹੁਤ ਡਾਈਵਰਸ ਕਿਸਮ ਦੀ ਰਿਸਰਚ ਇਨੇਬਲ ਕਰਦੀ ਹੈ। ਉੱਥੇ ਇਹਦਾ ਇੰਡੀਪੈਂਡੈਂਟ ਫੈਡਰਲ ਏਜੰਸੀ ਇਹਦਾ ਡਾਇਰੈਕਟਰ ਅਪਾਇੰਟ ਕਰਦਾ ਅਮਰੀਕਾ ਦਾ ਪ੍ਰੈਜ਼ੀਡੈਂਟ, ਉੱਥੋਂ ਦੀ ਸੈਨੇਟ ਉਹਨੂੰ ਕਨਫਰਮ ਕਰਦੀ ਹੈ। ਪ੍ਰੋਬਲਮ ਇਹ ਹੈ ਕਿ ਉਹ ਹਰ ਸਾਲ 50,000 ਇੰਡੀਪੈਂਡੈਂਟ ਐਕਸਪਰਟਸ ਉਹਦੇ 'ਚ ਇਨਵੋਲਵਡ ਹੁੰਦੇ ਨੇ ਉਹਨਾਂ ਪ੍ਰੋਜੈਕਟਸ ਨੂੰ ਅਸੈਸ ਕਰਨ ਦੇ ਵਿੱਚ ਜਿਨ੍ਹਾਂ ਨੂੰ ਉਹ ਰਿਸਰਚ ਸਪੋਰਟ ਕਰਦੀ ਹੈ। ਸੋ ਇਸ ਤਰੀਕੇ ਦੇ ਨਾਲ ਇਸ ਨੂੰ ਡੈਮੋਕ੍ਰੇਟਾਈਜ਼ ਕਰਦੇ ਨੇ ਕਿ 50,000 ਐਕਸਪਰਟਸ ਦੇ ਥਰੂ ਉਹ ਰਿਸਰਚ ਪ੍ਰੋਜੈਕਟ ਨਿਕਲ ਕੇ ਜਾਂਦੇ ਨੇ। ਤੁਹਾਨੂੰ ਲੱਗਦਾ ਹੈ ਜੇ NRF ਦੀਆਂ ਟੌਪ ਪੋਜੀਸ਼ਨਸ ਗਵਰਨਮੈਂਟ ਮੈਂਬਰਸ ਲਈ ਰਿਜ਼ਰਵਡ ਹੋਣ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਜਾਂ ਮਿਨਿਸਟਰਸ, ਫਿਰ ਇੰਸਟੀਟਿਊਸ਼ਨਲ ਆਟੋਨੋਮੀ ਦੇ ਸਵਾਲ ਉੱਠਣਗੇ। ਬਟ ਥਿੰਗਸ ਵਿਲ ਕੱਲ ਨੂੰ ਕੋਈ ਹੋਰ ਸਰਕਾਰ ਆਏਗੀ ਇਸ ਨੂੰ ਥੋੜਾ ਹੋਰ ਬਿਹਤਰ ਕਰ ਦੇਗੀ। ਇੱਕ ਨਿਜ਼ਾਮ ਦਾ ਬਦਲਾਅ ਤੇ ਜ਼ਰੂਰੀ ਸੀ। ਨਹੀਂ ਹਾਲ ਤੇ ਰਿਸਰਚ ਦਾ ਬਹੁਤ ਮਾੜਾ ਮਾੜਾ ਹੈ, ਉਹ ਤਾਂ ਮੰਨਣਾ। ਉਹ ਤੁਸੀਂ ਕਰਾਉਂਦੇ ਹੋ ਇੰਨੀ ਰਿਸਰਚ ਕਰਵਾਉਂਦੇ ਹੋ ਤੇ ਕੀ ਸਾਡੀਆਂ ਯੂਨੀਵਰਸਿਟੀਆਂ ਦੇ ਬਹੁਤ ਸਾਰੇ PhD ਥੀਸਿਸ ਨੂੰ ਲੋਕ ਫਰਾਡ ਕਹਿੰਦੇ ਨੇ। ਇਸ ਗੱਲ ਤੋਂ ਕੋਈ ਮਨਾ ਨਹੀਂ ਕਰ ਰਿਹਾ ਕਿ ਰਿਸਰਚ ਨੂੰ ਲੈਂਡਸਕੇਪ ਨੂੰ ਰਿਸਰਚ ਦੀ ਜਿਹੜੀ ਕੁਆਲਿਟੀ ਹੈ ਉਸ ਤੇ ਇੱਕ ਬਹਿਸ ਹੋਣੀ ਚਾਹੀਦੀ ਹੈ, ਉਸ ਤੇ ਨਇਆ ਆਰਕੀਟੈਕਚਰ ਖੜਾ ਹੋਣਾ ਚਾਹੀਦਾ ਹੈ। ਰਿਸਰਚ ਦੀ ਡੁਪਲੀਕੇਸ਼ਨ ਹੈ, ਵੇਸਟੇਜ ਆਫ ਰਿਸਰਚ। ਅਰੇ ਪੂਰੀਆਂ ਨਕਲਾਂ ਨੇ ਸਾਡੇ ਮਤਲਬ ਬਿਲਕੁਲ ਆਰਗੈਨਿਕ ਇੰਟੈਲੈਕਚੁਅਲ ਨੇ ਬੁੱਧ ਸਿੰਘ ਨੀਲੋਂ ਉਹ ਖੜ ਕੇ ਜੋ ਜਹਾਂ ਦੀਆਂ ਨਕਲਾਂ ਉਹਨਾਂ ਨੇ ਚੰਗੇ ਲੋਕਾਂ ਦੇ ਪੜ੍ਹਿਆਂ ਲਿਖਿਆਂ ਦੇ ਪੜ੍ਹਿਆਂ ਦੇ PhD ਥੀਸਿਸ ਚੋਂ ਫੜੀਆਂ ਨੇ। ਇਟਸ ਅ ਹਿਊਜ ਸਕੈਂਡਲ। ਨਹੀਂ ਸੋ ਕਿ ਤੁਸੀਂ ਓਬਲੀਗੇਟਰੀ ਕਰਤਾ ਤੁਸੀਂ ਪਲੇਜਰਿਜ਼ਮ ਚ ਕਿ ਤੁਸੀਂ ਤੁਹਾਨੂੰ ਪਤਾ ਚੱਲ ਗਿਆ ਕਿ ਨਕਲਾਂ ਲੋਕ ਮਾਰਦੇ ਇਹ ਆਪਣੇ ਆਪ ਜੰਗ ਦਿਖਾ ਰਿਹਾ ਹੈ। ਸੋ ਚੀਜ਼ਾਂ ਤੇ ਕੁਝ ਬਦਲਣਗੀਆਂ। ਯੂ ਵਾਂਟ ਟੂ ਸੇ ਸਮਥਿੰਗ? ਹਾਂ ਨਹੀਂ ਮੈਂ ਸਿਰਫ ਇਹੀ ਕਹਿ ਰਿਹਾ ਕਿ ਵੀ ਇਹ ਜਿਹੜੀ ਗੱਲ ਹੈ ਨਾ ਕਿ ਡੈਮੋਕ੍ਰੇਟਾਈਜੇਸ਼ਨ ਇਹਦੀ ਹੋ ਜਾਏ, ਇਹਦਾ ਵਿਸਤਾਰ ਹੋ ਜਾਏ, ਜਿਹੜੇ ਸੱਚੀ ਮੁੱਚੀ ਇੰਟੈਲੈਕਚੁਅਲਸ ਨੇ ਉਹਨਾਂ ਦੀ ਵਿੱਚ ਸ਼ਮੂਲੀਅਤ ਹੋ ਜਾਏ। ਇਸ ਤਰ੍ਹਾਂ ਦੀ ਨਾ ਹੋਏ ਕਿ ਇੱਕ ਪਿੱਛੇ ਆਰਟੀਕਲ ਮੈਂ ਪੜ੍ਹਿਆ ਇੱਕ NCERT ਦੇ ਉੱਪਰ ਤੇ ਪੁਰਾਣੇ ਡਾਇਰੈਕਟਰ ਕਹਿਣ ਲੱਗੇ ਕਿ ਇਹਨਾਂ ਨੇ ਜੇ ਆਪਣੇ ਕਿਤਾਬਾਂ ਵਿੱਚੋਂ ਨਾ ਕੁਝ ਰਾਈਟਰਸ ਨੇ ਆਪਣੇ ਵਾਪਸ ਲੈਣੇ ਨੇ, ਟੈਕਸਟ ਬੁੱਕਸ ਚੋਂ ਲੈ ਲੈਣ। ਸਾਡੇ ਕੋਲ ਤੇ ਬਹੁਤ ਐਕਸਪਰਟਸ ਦੁਨੀਆ ਹਿੰਦੁਸਤਾਨ 'ਚ ਪਏ ਨੇ ਉਹ ਜਿਹੜੇ ਬਹੁਤ ਜੋਗਿੰਦਰ ਯਾਦਵ ਤੇ ਸੁਭਾਸ਼ ਪਾਲੇਕਰ ਨੇ ਆਪਣੇ ਨਾਟ ਵਾਣੇ ਚਾਹੇ ਉਹ ਜਿਹੜੇ ਬਹੁਤ ਹਾਸੋਹੀਣਾ ਨਾ ਬਿਆਨ ਸੀਗਾ ਰਾਈਟ ਉਹ ਜਿਹੜੇ ਬਹੁਤ ਐਕਸਪਰਟਸ ਨੇ ਮਤਲਬ ਉਹ ਕਿੱਥੇ ਨੇ है ना। तो इस तरह का ना हो। यार दूसरा ये है सर कि जे बाजार हावी रह गया तो तुसी जिन्हें मर्जी ले आओ रिसर्च फिर भी सफ़र करेगी जे बाजार हावी हो गया। नहीं जे NRF ਦਾ ਪੈਸਾ ਇੰਨਾ ਪ੍ਰਾਈਵੇਟ ਸੈਕਟਰ ਤੋਂ ਆਣਾ ਤਾਂ ਇੱਥੇ ਤਾਂ ਪਹਿਲੀ ਗੱਲ ਆ ਬਾਜ਼ਾਰ ਹਾਵੀ ਹੋਵੇਗਾ। ਦੂਸਰਾ ਉਹਨਾਂ ਨੇ ਕਿਹਾ ਕਿ ਇੰਡਸਟਰੀ ਦੇ ਨਾਲ ਇਨ ਟਿਊਨ ਹੋਏਗੀ, ਇਨ ਕੰਜੰਕਸ਼ਨ ਵਿਦ ਇੰਡਸਟਰੀ ਸਾਰੀ ਰਿਸਰਚ ਹੋਣੀ ਹੈ। ਹਾਂ ਤਾਂ ਫਿਰ ਇੰਡੀਪੈਂਡੈਂਟ ਰਿਸਰਚ ਦੂ ਫਿਰ ਆਪਾਂ ਭੁੱਲ ਜਾਈਏ। ਨਹੀਂ ਜਿਹੜਾ ਹੁਣ ਰਿਸਰਚ ਕਰਨੀ ਬਾਜ਼ਾਰ ਲਈ ਹੈ ਨਾ। ਪ੍ਰੋਬਲਮ ਇੰਡਸਟਰੀ ਦੇ ਜਿਹੜੇ ਤੁਸੀਂ ਇੰਡਸਟਰੀ ਵਾਲੀ ਗੱਲ ਉਹਨਾਂ ਨੇ ਕਿਹਾ NRF ਦੇਖੋ ਮੈਂ ਇਸ ਗੱਲ ਨੂੰ ਬਿਲਕੁਲ ਗਵਰਨਮੈਂਟ ਦੀ ਚਿੰਤਾ ਹੈ, ਠੀਕ ਹੈ ਕਿ ਰਿਸਰਚ ਬਹੁਤ ਫਿਜ਼ੀਕਲ ਦੀ ਰਿਸਰਚ ਡੁਪਲੀਕੇਸ਼ਨ ਵੀ ਹੋ ਰਹੀ ਹੈ, ਰਿਸੋਰਸਿਸ ਦਾ ਵੇਸਟੇਜ ਵੀ ਹੋ ਰਿਹਾ ਤੇ ਰਿਸਰਚ ਨੂੰ ਕਿਤੇ ਨਾ ਕਿਤੇ ਨੈਸ਼ਨਲ ਇੰਟਰਸਟ ਦੇ ਅੰਦਰ ਆਉਣਾ ਚਾਹੀਦਾ। ਇਹ ਗੱਲ ਇਹ ਮੰਨਣ ਦੀ ਹੈ। ਇੰਡਸਟਰੀ ਦੀ ਜਦੋਂ ਗੱਲ ਕਰਨੇ ਆ ਇੰਡਸਟਰੀ ਕੋਈ CSR ਦੀ ਬੜੇ ਨਾਰੇ ਲਗਾਏ, ਇੰਡਸਟਰੀ ਦਾ ਕੋਈ CSR ਅਨਸੈਲਫਿਸ਼ ਨਹੀਂ ਹੈਗਾ। ਇੰਡਸਟਰੀ ਦੀ ਉਹ ਵਿਦਆਊਟ ਟੈਕਸ ਦੇ ਰਾਈਟਰਸ ਨਹੀਂ ਆਊਗੀ। ਇੰਡਸਟਰੀ ਦਾ ਬਿਲਕੁਲ ਸਿੱਧਾ ਮਤਲਬ ਹੈ ਰਿਸਰਚ ਫॉर देयर ਬੈਨੀਫਿਟਸ ਐਂਡ ਫॉर देयर ਕਾਰਪੋਰੇਟ ਗੇਨਸ। ਇੰਡਸਟਰੀ ਦਾ ਕੋਈ ਮਕਸਦ ਨਹੀਂ ਹੈ ਨੌਲੇਜ ਦੇ ਹੋਰਾਈਜ਼ਨਸ ਨੂੰ ਐਕਸਪੈਂਡ ਕਰਨ ਦਾ ਔਰ ਰਿਸਰਚ ਦੇ ਕੋਈ ਨਏ ਆयाम ਖੜਾ ਕਰਨ ਦਾ। ਇੰਡਸਟਰੀ ਦਾ ਮੈਂ ਪਹਿਲੇ ਵੀ ਕਿਹਾ ਮਤਲਬ ਸਿੱਧਾ ਜਾਏ। ਸਾਡੇ ਜਿੰਨੇ ਪ੍ਰਪੋਜ਼ਲ ਆਏ ਹੈ ਜਿਹੜੇ ਸਾਡੇ ਐਕਸਪਰਟ ਪ੍ਰੋਫੈਸਰ ਹੈਗੇ ਉਹ ਕਹਿੰਦੇ ਅਸੀਂ ਜਦੋਂ ਯੂਨੀਵਰਸਿਟੀ ਪ੍ਰੋਜੈਕਟ ਲੈ ਕੇ ਆਉਂਦੇ ਆ ਉਹ ਤਾਂ ਕਹਿੰਦੇ ਸਾਡੀ ਇੱਕ ਅਸੀਂ ਕੋਈ ਪ੍ਰੋਡਕਟ ਬਣਾ ਰਹੇ ਹਾਂ ਇਹਦੀ ਸਮੱਸਿਆ ਆ ਗਈ ਇਹਨੂੰ ਸੋਲਵ ਕਰ ਦਿਓ। ਸੋ ਬੇਸਿਕਲੀ ਯੂਟਿਲਿਟੇਰੀਅਨ ਰਿਸਰਚ ਹੋ ਰਹੀ ਹੈ ਤੇ ਐਬਸਟ੍ਰੈਕਟ ਦੀ ਤਾਂ ਬਿਲਕੁਲ ਹੀ ਗੱਲ ਹੀ ਨਹੀਂ ਹੋਏਗੀ। ਐਬਸਟ੍ਰੈਕਟ ਥਿਓਰੀਟੀਕਲ ਫਿਲਾਸਫੀਕਲ ਸਭ ਕੁਝ ਟੈਂਜੀਬਲ ਹੋਣਾ ਚਾਹੀਦਾ। ਜੇ ਰਿਸਰਚ ਦਾ ਮਤਲਬ ਕੀ ਹੈ ਰਿਸਰਚ ਦਾ ਮੈਨੂੰ ਨਾ ਛੇਤੀ ਨਾਲ ਸ਼ਬਦ ਵੀ ਨਹੀਂ ਸੋਚ ਰਹੇ ਵੀ ਐਬਸਟ੍ਰੈਕਟ ਨੂੰ ਕੀ ਕਹਿਣਾ ਹੈ ਪੰਜਾਬੀ ਦੇ ਵਿੱਚ। ਮਤਲਬ ਕਿ ਨੌਨ ਦੁਨਿਆਵੀ ਕਹ ਲਓ, ਨੌਨ ਦੁਨਿਆਵੀ ਜਿਹੜੀ ਫੜਨ ਵਿੱਚ ਨਾ ਆਵੇ ਹੈ ਨਾ। ਅਗਲੇ ਦਿਨ ਸਾਨੂੰ ਫਾਇਦਾ ਨਹੀਂ ਹੁੰਦਾ ਦਿਸੀ ਨਹੀਂ ਹੈ। ਪਰ ਪੂਰੀ ਸਭ ਜਦੋਂ ਇਹ ਸਾਰੀ ਬਹਿਸ ਚੱਲੇਗੀ ਤਾਂ ਫਿਰ ਮਾਂ-ਬਾਪ ਆਪਣੇ ਬਹਿਸਾਂ ਲੈ ਕੇ ਆਣਗੇ ਕਿ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਲਈ ਮੋਬਾਈਲ ਫੋਨ ਕਿੰਨਾ ਮਤਲਬ ਨਥਿੰਗ ਹੋਲਡਸ ਦਾ ਅਟੈਂਸ਼ਨ ਲਾਈਕ ਦਾ ਮੋਬਾਈਲ ਫੋਨ। ਉਹ ਬੱਚਿਆਂ ਲਈ ਡਿਸਟਰੈਕਸ਼ਨ ਵੀ ਹੈ, ਉਹਨਾਂ ਲਈ ਐਂਟਰਟੇਨਮੈਂਟ ਵੀ ਹੈ। ਸਾਡੀਆਂ ਬਹੁਤ ਸਾਰੀਆਂ ਫੈਮਿਲੀਜ਼ ਨਿਊਕਲੀਅਰ ਫੈਮਿਲੀਜ਼ ਹੁੰਦੀਆਂ ਜਾ ਰਹੀਆਂ ਨੇ। ਮੈਂ ਡਾਟਾ ਪੜ੍ਹ ਰਿਹਾ ਸੀ ਨਿਊਕਲੀਅਰ ਫੈਮਿਲੀਜ਼ ਹੁਣ ਇੰਡੀਅਨ ਹਾਊਸ ਹੋਲਡਸ ਦਾ ਹਾਫ ਹੈਗੀਆਂ ਨੇ। 2008 ਵਿੱਚ 34% ਪਰਿਵਾਰ ਨਿਊਕਲੀਅਰ ਸੀਗੇ, ਪਤੀ ਪਤਨੀ ਤੇ 2 ਬੱਚੇ ਜਾਂ 3 ਬੱਚੇ ਨੇ ਤੇ ਐਵਰੇਜ ਉਹਨਾਂ ਨੇ ਕਿਹਾ ਅੱਛਾ 40% ਜਿਹੜੀਆਂ ਨਿਊਕਲੀਅਰ ਫੈਮਿਲੀਜ਼ ਦੀਆਂ ਵਿਮਨ ਨੇ ਉਹ ਇੰਪਲੋਇਡ ਨੇ।
ਸੋ ਮੋਬਾਈਲ ਫੋਨ ਉਹਨਾਂ ਜ਼ਿਆਦਾ ਉਹਨਾਂ ਦੇ ਕੰਮ ਦੀ ਚੀਜ਼ ਬਣ ਜਾਂਦਾ, ਬੱਚੇ ਨੂੰ ਆਰੇ ਲਾਈ ਰੱਖਦਾ ਜਾਂ ਬੱਚਾ ਉਹਦੇ ਤੋਂ ਕੁਝ ਸਿੱਖ ਰਿਹਾ, पेरेंटिंग ਦਾ ਹਿੱਸਾ ਹੋ ਗਿਆ, ਪੇਰੈਂਟਿੰਗ ਦਾ ਇੱਕ ਹਿੱਸਾ ਹੋ ਗਿਆ। ਸੋ ਇਹ ਸਾਰੇ ਡਿਬੇਟ ਵੀ ਇਹਦੇ ਨਾਲ ਨਾਲ ਆਣਗੇ। ਨਹੀਂ ਪਤਾ ਕੀ ਗੱਲ ਹੈ ਜੀ। ਕਿ ਜਿੱਥੇ ਤੱਕ ਤੇ ਟੈਕਨੋਲੋਜੀ ਦਾ ਇਹ ਮਾਮਲਾ ਹੈ ਨਾ, ਇਹਦੇ ਨਾਲ ਤੇ ਕੋਈ ਝਗੜਾ ਹੀ ਨਹੀਂ ਹੈ ਕਿ ਜੇ ਪੇਰੈਂਟ ਨੇ ਆਪਣੇ ਬੱਚੇ ਨੂੰ ਮੈਸੇਜ ਦੇਣਾ ਹੈ ਤੇ ਬੱਚੇ ਨੇ ਆਪਣੀ ਮਾਤਾ ਜੀ ਨੂੰ ਮੈਸੇਜ ਦੇਣਾ ਹੈ, ਇਹਦੇ 'ਚ ਕੋਈ ਝਗੜਾ ਨਹੀਂ ਹੈ ਜੀ। ਇਹ ਤੇ ਐਜੂਕੇਸ਼ਨ ਨਾਲ ਸੰਬੰਧ ਹੈ ਉਹਦਾ। ਔਰ ਉਹਦੇ 'ਚ ਨਾ ਇੱਕ ਐਡਵਾਈਸ ਹੈ ਇਹਨਾਂ ਦੀ, ਮੈਂ ਉਹ ਵੀ ਤੁਹਾਨੂੰ ਪੜ੍ਹ ਦਿੰਦਾ। ਉਹਨਾਂ ਨੇ ਕਿਹਾ ਹੈ ਕਿ ਵੀ ਜਿਹੜੀ ਹਰ ਚੀਜ਼ ਹੈ ਨਾ, ਉਹ ਕੋਈ ਨਾ ਬਹੁਤ ਪ੍ਰੋਗਰੈਸ ਵਾਲੀ ਚੀਜ਼ ਨਹੀਂ ਹੁੰਦੀ, ਤੇ ਜਸਟ ਬਿਕੋਜ਼ ਸਮਥਿੰਗ ਕੈਨ ਬੀ ਡਨ ਡਸ ਨਾਟ ਮੀਨ ਇਟ ਸ਼ੁਡ ਬੀ ਡਨ। ਜਸਟ ਬਿਕੋਜ਼ ਕੀਤੀ ਜਾ ਸਕਦੀ ਹੈ ਤਾਂ ਮਤਲਬ ਇਹ ਨਹੀਂ ਹੈ ਕਿ ਕਰ ਦੇਣੀ ਚਾਹੀਦੀ। ਸਮਾਰਟਫੋਨ ਦਿੱਤਾ ਜਾ ਸਕਦਾ ਤੇ ਦੇ ਦੇਣਾ ਚਾਹੀਦਾ। ਟੈਕਨੋਲੋਜੀ ਦਾ ਯੂਜ਼ ਜੋ ਹੈ, ਮੈਂ ਫਿਰ ਕਹਿ ਰਿਹਾ ਉਹ ਤਾਂ ਹੋਣਾ ਚਾਹੀਦਾ, ਪਰ ਪਤਾ ਹੋ ਕੀ ਰਿਹਾ ਹੈ, ਟੈਕਨੋਲੋਜੀ ਇਜ਼ ਨਾਟ ਐਜੂਕੇਸ਼ਨ। ਐਗਜ਼ੈਕਟਲੀ ਉਹ ਤਾਂ ਦੱਸ ਰਹੇ ਨਾ, ਮੈਂ ਅਖਬਾਰ ਤੁਹਾਡੇ ਤੋਂ ਲੈ ਲਾਂ, ਅੱਜ ਦੀ ਸੰਡੇ ਦੀ ਟਾਈਮਸ ਆਫ ਇੰਡੀਆ, ਤੇ ਮੈਂ ਫਰੰਟ ਪੇਜ ਤੇ ਪੜ੍ਹ ਰਿਹਾ ਸੀਗਾ ਵੀ ਸਰਕਾਰ ਨੇ ਵੰਡਿਆ ਫ੍ਰੀ ਲੈਪਟਾਪ, ਤੇ ਔਰਤਾਂ ਜਿਹੜੀਆਂ ਫ੍ਰੀ ਲੈਪਟਾਪ ਲੈ ਕੇ ਤੇ ਸਕੂਲਾਂ ਦੇ ਉੱਤੇ ਉਹਨਾਂ ਨੇ ਚੜ੍ਹਾਈ ਕਰ ਦਿੱਤੀ ਆ ਵੀ ਤੁਹਾਡੇ ਲੈਪਟਾਪ 'ਚ ਕੀ ਦਿਖਾਈ ਦੇ ਰਿਹਾ। ਉਹ ਕਹਿੰਦੇ ਜੀ ਅਸੀਂ ਤਾਂ ਇਹ ਐਪ ਬੈਨ ਕਰ ਦਿੱਤੀ, ਅਸੀਂ ਇਹਦੇ 'ਚੋਂ ਡਿਸੇਬਲ ਕਰ ਦਿੱਤੀ ਸੀ। ਉਹ ਕਹਿੰਦੇ ਜੀ ਬੱਚੇ ਫਿਰ ਸਮਾਰਟ ਵੀ ਹੈਗੇ ਨੇ ਨਾ, ਉਹਨਾਂ ਨੇ ਫਿਰ ਖੋਲ ਲਈਆਂ ਨੇ, ਤੇ ਦੇਖੋ ਬੱਚੇ ਕਿਸ ਕੰਮ ਲਈ ਕਰ ਰਹੇ ਨੇ। ਇਹ ਅੱਜ ਦੀ ਅਖਬਾਰ ਦੇ ਵਿੱਚੋਂ ਮੈਂ ਗੱਲ ਜੋ ਮੈਂ ਐਸਪੀ ਵਾਟ ਆਈ ਐਮ ਟ੍ਰਾਈਂਗ ਟੂ ਸੇ ਜੀ, ਐਜੂਕੇਸ਼ਨ ਜਸ ਹੁਣ ਬੱਚੇ ਨੂੰ ਤੁਸੀਂ ਚਲੋ ਚੈਟ ਜੀਪੀਟੀ ਦੇਤਾ, ਸਮਝ ਪੈਦਾ ਹੋਈ ਸੁੰਦਰ ਨਹੀਂ ਹੋਈ। ਹਾਂ ਹਾਲੇ ਤਾਂ ਚੈਟ ਜੀਪੀਟੀ ਐਜੂਕੇਸ਼ਨ ਚੈਟ ਜੀਪੀਟੀ ਤਾਂ ਉਹਨੂੰ ਕਹਿੰਦਾ ਨਿਊਕਲੀਅਰ ਬੰਬ ਹੈ ਉਹ ਮੇਰੇ ਕੋਲ ਨਾ ਬਿਲਕੁਲ ਹੀ ਸਮਾਂ ਖਤਮ ਹੈ। ਮੈਂ ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਪੜ੍ਹ ਰਿਹਾ ਸੀ ਔਨ ਫਿਊਚਰ ਆਫ ਵਰਕ। ਹੁਣ ਉਹ ਕਹਿੰਦੇ ਨੇ ਕਿ ਜੌਬ ਲੈਂਡਸਕੇਪ ਇੰਨਾ ਚੇਂਜ ਹੋ ਰਿਹਾ ਕਿ ਟੈਕਨੋਲੋਜੀ ਤੁਹਾਨੂੰ ਚਾਹੀਦੀ ਹੋਗੀ। ਸੋ ਦੇਅਰਸ ਅ ਲੋਟ ਆਫ ਸਟ੍ਰੈਸ ਐਂਡ ਸਟ੍ਰੇਨ ਕਿ ਤੁਸੀਂ ਟੈਕਨੋਲੋਜੀ ਨੂੰ ਵਰਤਣਾ ਹੈ ਕਿ ਟੈਕਨੋਲੋਜੀ ਤੋਂ ਬੱਚੇ ਨੂੰ ਬਚਾਉਣਾ ਹੈ ਕਿ ਉਹਨੂੰ ਹੋਰ ਸਿਖਾਉਣੀ ਹੈ। ਇਹ ਬਹੁਤ ਵੱਡੀਆਂ ਬਹਿਸਾਂ ਦਰਅਸਲ ਸਮਾਜ ਦੇ ਵਿੱਚ ਚਾਹੀਦੀਆਂ ਨੇ ਤੇ ਬੜੀਆਂ ਇਨਫੋਰਮਡ ਚਾਹੀਦੀਆਂ ਨੇ। ਇਸ ਕਿਸਮ ਦੀਆਂ ਰਿਪੋਰਟਸ ਉਹਦੇ ਲਈ ਬਹੁਤ ਕੰਮ ਦੀਆਂ ਨੇ। ਮੈਂ ਸਿਰਫ ਇੱਕ ਐਕਸਪੈਰੀਮੈਂਟ ਪੜ੍ਹ ਰਿਹਾ ਸੀ। ਨਿਕੋਲਸ ਫੈਰੋਨੀ, ਇਹ ਸੋਸ਼ਲ ਐਂਡ ਕਲਚਰਲ ਸਟੱਡੀਜ਼ ਟੀਚਰ ਨੇ ਯੂਨੀਅਨ ਹਾਈ ਸਕੂਲ ਨਿਊ ਜਰਸੀ ਦੇ ਵਿੱਚ। ਉਹਨਾਂ ਨੇ ਕਿਹਾ, ਮੈਂ ਆਪਣੀ ਕਲਾਸ ਦੇ ਵਿੱਚ ਬੱਚਿਆਂ ਨੂੰ ਕਿਹਾ ਕਿ ਆਪਣੇ ਮੋਬਾਈਲ ਫੋਨਸ ਦੇ ਨੋਟੀਫਿਕੇਸ਼ਨ ਔਨ ਕਰ ਲਓ। ਪਹਿਲਾਂ ਉਹ ਮਨਾ ਕਰਦੇ ਸੀ, ਉਹਨਾਂ ਨੇ ਕਿਹਾ ਅੱਜ ਔਨ ਕਰ ਲਓ। 40 ਮਿੰਟ ਦੇ ਉਹਨਾਂ ਦੇ ਪੀਰੀਅਡ ਦੇ ਸਮੇਂ ਦੇ ਦੌਰਾਨ ਉਹਨਾਂ ਨੇ ਟੋਟਲ ਬੱਚਿਆਂ ਦੇ ਦੇਖੇ ਕਿ 600 ਨੋਟੀਫਿਕੇਸ਼ਨ ਨੇ। ਉਹਨਾਂ ਨੇ ਕਿਹਾ ਇਹਦਾ ਮੁਕਾਬਲਾ ਮੈਂ ਨਹੀਂ ਕਰ ਸਕਦਾ, ਦਿਸ ਇਜ਼ ਟੂ ਮਚ ਆਫ ਡਿਸਟਰੈਕਸ਼ਨ। ਕਿੱਥੇ ਮੈਂ ਇਕੱਲਾ ਅਧਿਆਪਕ, ਕਿੱਥੇ 600 ਬੰਦਾ ਉਸ 40 ਮਿੰਟ ਦੇ ਵਿੱਚ ਤੁਹਾਡੀ ਅਟੈਂਸ਼ਨ ਲੈਣੀ ਚਾਹ ਰਿਹਾ, ਉਹ ਵੀ ਤੁਹਾਡਾ ਧਿਆਨ ਮੰਗ ਰਿਹਾ। ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਪੜ੍ਹਾਵਾਂਗੇ? ਹੁਣ ਮੈਨੂੰ ਇਹ ਨਹੀਂ ਪਤਾ, ਕੋਈ ਟੈਕ ਫਾਸਟ ਹੋਇਆ ਕਰਨਗੇ ਵੀ ਅੱਜ ਟੈਕਨੋਲੋਜੀ ਵਰਤ ਹੋ ਗਿਆ, ਜਿੱਦਾਂ ਮਹਾਤਮਾ ਗਾਂਧੀ ਜੀ ਮੌਨ ਵਰਤ ਰੱਖਦੇ ਸੀ। ਖੋਰੇ ਕਿਹੜੇ ਅਸੀਂ ਨਿਜ਼ਾਮ ਦੇਖਣੇ ਨੇ, ਪਰ ਦੋ ਚੀਜ਼ਾਂ ਤੇ ਸਾਹਮਣੇ ਆ ਗਈਆਂ ਨੇ। ਇੱਕ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਬੱਚਿਆਂ ਨੂੰ ਸਮਾਰਟ ਬਣਾਉਣਾ ਹੈ ਤੇ ਉਹਦੇ ਲਈ ਸਮਾਰਟਫੋਨ ਦੇ ਰਹੇ ਨੇ। ਸੰਯੁਕਤ ਰਾਸ਼ਟਰ ਕਹਿ ਰਿਹਾ ਕਿ ਬੱਚਿਆਂ ਨੂੰ ਸਮਾਰਟਫੋਨ ਨਾ ਦਿਓ ਤੇ ਉਹਨਾਂ ਤੇ ਬੈਨ ਹੋਣੇ ਚਾਹੀਦੇ ਨੇ, ਕਾਨੂੰਨੀ ਤੌਰ ਦੇ ਉੱਤੇ ਬੈਨ ਲੱਗਣੇ ਚਾਹੀਦੇ ਨੇ। ਇੱਕ ਬਹਿਸ ਦਾ ਵਿਸ਼ਾ ਹੈ। ਤੇ ਦੂਸਰਾ ਕਿ ਵਡੇਰੇ ਲੈਵਲ ਦੇ ਉੱਤੇ ਯੂਨੀਵਰਸਿਟੀਆਂ, ਕਾਲਜਾਂ ਦੇ ਜਾਂ ਸਾਡੇ ਜਿਹੜੇ ਖੋਜੀ ਅਦਾਰੇ ਨੇ, ਉਹਨਾਂ ਨੇ ਰਿਸਰਚ ਹੁਣ ਕਿਵੇਂ ਕਰਨੀ ਹੈ। ਹੁਣ ਤੇ ਸਾਰੀ ਰਿਸਰਚ ਦੇ ਮਾਈ ਬਾਪ ਨੈਸ਼ਨਲ ਰਿਸਰਚ ਫਾਊਂਡੇਸ਼ਨ ਕੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਪ ਹਨ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੀ ਰਿਸਰਚ ਅੱਗੇ ਹੋਇਆ ਕਰੇਗੀ। ਕੁਝ ਚੰਗਾ ਹੀ ਨਿਕਲੇਗਾ, ਇਹ ਉਮੀਦ ਆ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।